ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਕਾਂਗਰਸ ਦੇ ਭਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ, ਜਿਸ ਵਿੱਚ ਸੂਬੇ ਦੀ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੂਬੇ ਵਿੱਚ ਜੋ ਪੰਚਾਇਤੀ ਜ਼ਮੀਨਾਂ ਨੂੰ ਛੁਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਤੇ ਵੱਡੇ ਸਵਾਲ ਚੁੱਕੇ ਗਏ ਅਤੇ 31 ਮਈ ਤੱਕ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਨਾ ਛੱਡਣ ਤੇ ਪਰਚੇ ਦੇ ਖਰਚੇ ਦਾ ਐਲਾਨ ਦੀ ਵੀ ਨਖੇਧੀ ਕੀਤੀ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਨੂੰ ਛੁਡਾਉਣ ਦੀ ਗੱਲ ਕਾਂਗਰਸ ਸਰਕਾਰ ਦੇ ਸਮੇਂ ਉੱਤੇ ਉਹਨਾਂ ਵੱਲੋਂ ਹੀ ਕੀਤੀ ਗਈ ਸੀ, ਪਰ ਉਸ ਵਿੱਚ ਇਹ ਨਹੀਂ ਸੀ ਕਿ ਛੋਟੇ ਕਿਸਾਨਾਂ ਤੋਂ ਪੰਚਾਇਤੀ ਜ਼ਮੀਨਾਂ ਖੋਹੀਆਂ ਜਾਏ। ਪਰ ਹੁਣ ਸੂਬੇ ਦੇ ਪੰਚਾਇਤ ਮੰਤਰੀ ਖੁਦ ਜਾ ਕੇ ਛੋਟੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਰਹੇ ਹਨ, ਪਰ ਵੱਡੇ ਤਨਾੜ ਲੋਕਾਂ ਕੋਲ ਜਿਨ੍ਹਾਂ ਕੋਲ ਏਕੜ ਜ਼ਮੀਨਾਂ ਪੰਚਾਇਤ ਦਬਾ ਕੇ ਬੈਠੀ ਹੋਈ ਹੈ ਉਹਨਾਂ ਵੱਲ ਕਾਰਵਾਈ ਨਹੀਂ ਕਰ ਰਹੇ, ਜਿਸ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਐਲਾਨ ਕੀਤਾ ਹੈ ਕਿ 22 ਮਈ ਨੂੰ ਇੱਦਾਂ ਦੇ ਸਾਰੇ ਹੀ ਛੋਟੇ ਕਿਸਾਨਾਂ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠੇ ਕੀਤਾ ਜਾਏਗਾ ਅਤੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਵਾਸਤੇ ਵਕੀਲ ਦਾ ਪੈਨਲ ਵੀ ਤਿਆਰ ਕੀਤਾ ਜਾਵੇਗਾ। ਕੀ ਕਹਿਣਾ ਹੈ ਸੁਖਪਾਲ ਖਹਿਰਾ ਦਾ, ਦੇਖੋ ਪੂਰੀ ਵੀਡੀਓ। ਸਭ ਦਾ ਸਵਾਗਤ ਹੈ ਜਲੰਧਰ ਪ੍ਰੈਸ ਕਲੱਬ 'ਚ। ਜਿਹੜਾ ਵਿਸ਼ਾ ਇਸ ਵਕਤ ਪੰਜਾਬ ਦੇ ਵਿੱਚ ਬਹੁਤ ਗਰਮਾਇਆ ਹੈ ਉਹ ਹੈ ਪੰਚਾਇਤ ਦੀਆਂ ਜ਼ਮੀਨਾਂ ਨੂੰ ਸਰਕਾਰ ਨਜਾਇਜ਼ ਕਬਜ਼ੇ ਛਡਾਉਣਾ ਚਾਹੁੰਦੀ ਹੈ, ਛਡਾਏ ਵੀ ਹਨ। ਹਾਲਾਂਕਿ ਇਹ ਸਾਰਾ ਮਸਲਾ ਮੇਨਲੀ ਪਬਲਿਕ ਡੋਮੇਨ ਵਿੱਚ 1 ਮਹੀਨਾ ਪਹਿਲਾਂ ਮੈਂ ਲੈ ਕੇ ਆਇਆ ਸੀਗਾ ਔਰ ਮੈਂ ਵੇਰਵਾ ਦਿੱਤਾ ਸੀ ਬਕਾਇਦਾ ਕਿ ਅਗਰ ਤੁਸੀਂ ਪੰਚਾਇਤ ਦੀਆਂ ਜ਼ਮੀਨਾਂ ਛਡਾਉਣਾ ਚਾਹੁੰਦੇ ਹੋ ਤੇ ਇਹਦਾ ਜਿਹੜਾ ਸਾਰਾ ਵੇਰਵਾ ਹੈ ਉਹ ਹਾਈ ਕੋਰਟ ਵੱਲੋਂ ਸਥਾਪਿਤ ਗਠਿਤ ਕੀਤੀ ਜਸਟਿਸ ਕੁਲਦੀਪ ਸਿੰਘ ਰਿਟਾਇਰਡ ਜੱਜ ਆਫ ਦੀ ਆਨਰੇਬਲ ਸੁਪਰੀਮ ਕੋਰਟ, ਉਹਨਾਂ ਦੀ ਇੱਕ 2010 ਦੇ ਕਰੀਬ ਹਾਈ ਕੋਰਟ ਨੇ ਇੱਕ ਰਿਟ ਪਟੀਸ਼ਨ ਤੇ ਐਕਟ ਕਰਦਿਆਂ ਮੁਹਾਲੀ ਜ਼ਿਲ੍ਹੇ ਦੀਆਂ ਗੈਰ ਕਾਨੂੰਨੀ ਜਿਹੜੇ ਜਿੰਨੇ ਕਬਜ਼ੇ ਸੀ ਤਾਕਤਵਰ ਲੋਕਾਂ ਦੇ, ਉਹ ਕਬਜ਼ੇ ਆਈਡੈਂਟੀਫਾਈ ਕਰਨ ਵਾਸਤੇ ਇੱਕ ਕਮਿਸ਼ਨ ਬਣਾਇਆ ਸੀਗਾ ਹਾਈ ਕੋਰਟ ਨੇ। ਔਰ ਉਸ ਕਮਿਸ਼ਨ ਨੇ ਬਹੁਤ ਇੱਕ ਡਿਟੇਲਡ ਵਰਕਆਊਟ ਕੀਤਾ ਮੁਹਾਲੀ ਦੇ ਵਿੱਚ ਤੇ ਪਾਇਆ ਗਿਆ ਕਿ ਅਪਰੋਕਸੀਮੇਟਲੀ 50,000 ਏਕੜ ਜ਼ਮੀਨ ਪੰਚਾਇਤਾਂ ਦੀ ਸਰਕਾਰ ਦੀ ਉਹ ਇਕੱਲੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਗੈਰ ਕਾਨੂੰਨੀ ਕਬਜ਼ੇ ਵਿੱਚ। ਹੁਣ ਕਿਉਂਕਿ ਮੁਹਾਲੀ ਚੰਡੀਗੜ੍ਹ ਦੀ ਪੈਰੀਫਰੀ ਤੇ ਆ ਤੇ ਉੱਥੇ ਕੀਮਤਾਂ ਜ਼ਮੀਨਾਂ ਦੀਆਂ ਬਹੁਤ ਜ਼ਿਆਦਾ ਨੇ। ਤੁਸੀਂ ਸਾਰੇ ਜਾਣਦੇ ਹੋ ਕਿ ਵੈਦਰ ਇਟਸ ਜ਼ੀਰਕਪੁਰ ਸਾਈਡ ਔਰ ਮੇਨ ਮੁਹਾਲੀ ਸ਼ਹਿਰ ਜਾਂ ਨਿਊ ਚੰਡੀਗੜ੍ਹ, ਇੱਥੇ ਇੱਕ ਏਕੜ ਜ਼ਮੀਨ ਦੀ ਕਈ ਵਾਰੀ ਕੀਮਤ 5-5 ਕਰੋੜ ਰੁਪਈਆ ਵੀ ਹੈ। ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ 50,000 ਏਕੜ ਹੈ ਤੇ ਜੇ ਉਹਦਾ ਤੁਸੀਂ 50 ਲੱਖ ਰੁਪਏ ਨਾਲ ਵੀ ਤੁਸੀਂ ਦਿਓਗੇ, ਉਹਦੀ ਕੈਲਕੂਲੇਟ ਕਰੋਗੇ ਤੇ ਕਿੱਥੇ ਜਾ ਕੇ ਕੀਮਤ ਬਣਦੀ ਹੈ। ਔਰ ਇਸੇ ਹੀ ਫੋਲੋ ਅਪ ਕਰਦਿਆਂ ਲਾਸਟ ਗਵਰਨਮੈਂਟ ਨਵਜੋਤ ਸਿੰਘ ਸਿੱਧੂ ਜਦੋਂ ਮਿਨਿਸਟਰ ਸੀ, ਇਹਨਾਂ ਦੀ ਇੱਕ ਕੈਬਨਿਟ ਸਬ ਕਮੇਟੀ ਬਣੀ। ਉਸ ਕੈਬਨਿਟ ਸਬ ਕਮੇਟੀ ਨੇ ਅੱਗੇ ਇੱਕ ਸੀਗੇ ਰਿਟਾਇਰਡ, ਹੁਣ ਰਿਟਾਇਰ ਹੋਏ ਨੇ ADGP IPS ਆਫਿਸਰ ਸੀ ਚੰਦਰ ਸ਼ੇਖਰ, ਫਿਰ ਉਹਨਾਂ ਨੂੰ ਇੱਕ ਉਹਨਾਂ ਦੀ ਕਮੇਟੀ ਬਣਾਈ ਗਈ ਐਜ਼ ਅ ਫੋਲੋ ਅਪ ਆਫ ਦਾ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਰਿਪੋਰਟ। ਫਿਰ ਉਹਨਾਂ ਨੇ ਸਾਰਾ ਇੱਕ ਡਿਟੇਲਡ ਵਰਕਆਊਟ ਕੀਤਾ ਰੈਵਨਿਊ ਡਿਪਾਰਟਮੈਂਟ ਨੂੰ ਨਾਲ ਲੈ ਕੇ, ਤੇ 50,000 ਏਕੜ ਅਗਰ ਪੰਜਾਬ ਇਕੱਲੇ ਮੁਹਾਲੀ ਜ਼ਿਲ੍ਹੇ ਵਿੱਚ ਆਉਂਦੀ, ਇਹਦਾ ਮਤਲਬ ਆ ਕਿ 23 ਜ਼ਿਲ੍ਹਿਆਂ ਵਿੱਚ ਮੋਟਾ ਸਭ ਨੇ ਐਸਟੀਮੇਟ ਲਾਇਆ ਕਿ ਇਹ 6 ਲੱਖ ਏਕੜ ਜ਼ਮੀਨ ਪੰਜਾਬ ਦੀ ਨਜਾਇਜ਼ ਕਬਜ਼ੇ ਦੇ ਵਿੱਚ ਹੈ। ਔਰ ਇਹ ਅਗਰ ਜਿੱਦਾਂ ਮੈਂ ਕਿਹਾ ਕਿ ਅਗਰ ਮੁਹਾਲੀ ਦੀ ਜ਼ਮੀਨ ਕਈ ਸਕਾਈ ਸਕ੍ਰੇਪਰ ਬਿਲਡਿੰਗਸ ਬਣੀਆਂ ਜਿਹੜੀਆਂ ਮੁਹਾਲੀ ਜ਼ੀਰਕਪੁਰ ਦੇ ਵਿੱਚ ਤੇ ਦੂਜਾ ਉਹ ਸਾਰੀਆਂ ਪੰਚਾਇਤ ਜ਼ਮੀਨਾਂ ਤੇ ਬਣਾਈਆਂ, ਜਿਹੜੇ ਲੈਂਡ ਸ਼ਾਰਕਸ ਨੇ, ਵੱਡੇ ਲੈਂਡ ਮਾਫੀਆ ਨੇ, ਤੇ 5-5 ਕਰੋੜ ਨੂੰ ਵੀ ਏਕੜ ਹੈਗੀ ਜ਼ਮੀਨ। ਜੇ ਤੁਸੀਂ ਪੰਜਾਬ ਦੀ 6 ਲੱਖ ਏਕੜ ਸਰਕਾਰੀ ਜ਼ਮੀਨ ਨੂੰ ਜੇ 50 ਲੱਖ ਰੁਪਏ ਏਕੜ ਵੀ ਕੈਲਕੂਲੇਟ ਕਰੋ, ਕਿਉਂਕਿ ਲੁਧਿਆਣੇ ਸ਼ਹਿਰ 'ਚ ਕਿੰਨੀ ਜ਼ਮੀਨ ਪਈ ਆ, ਅੰਮ੍ਰਿਤਸਰ ਸ਼ਹਿਰ 'ਚ, ਜਲੰਧਰ ਸ਼ਹਿਰ 'ਚ ਜਿਹੜੀਆਂ ਬੇਸ਼ਕੀਮਤੀ ਜ਼ਮੀਨਾਂ ਨੇ, ਤਾਂ ਮੋਟਾ ਐਸਟੀਮੇਟ ਆ ਕਿ 3 ਲੱਖ ਕਰੋੜ ਰੁਪਏ ਦੀ ਗਵਰਨਮੈਂਟ ਦੀ ਪ੍ਰਾਪਰਟੀ ਇਜ਼ ਅੰਡਰ ਇਲੀਗਲ ਆਕੂਪੇਸ਼ਨ। ਇੰਨਾ ਹੀ ਤਕਰੀਬਨ ਆਪਣਾ ਕਰਜ਼ਾ ਹੈ। ਇਹ ਆਈਡੀਆ ਮੈਂ 1 ਮਹੀਨਾ ਪਹਿਲਾਂ ਮੂਟ ਆਊਟ ਕੀਤਾ ਕਿ ਸਰਕਾਰ ਨੂੰ ਇਹਦੇ ਤੇ ਐਕਟ ਕਰਨਾ ਚਾਹੀਦਾ। ਚਲੋ ਉਹਨਾਂ ਨੇ ਆਪਣੇ ਆਪ ਐਕਟ ਕੀਤਾ, ਮੇਰੇ ਕਹਿਣ ਤੇ ਐਕਟ ਕੀਤਾ, ਕਿਸੇ ਦੇ ਕਹਿਣ ਤੇ ਐਕਟ ਕੀਤਾ, ਇਹ ਇਮੈਟੀਰੀਅਲ ਆ। ਤਾਂ ਸਰਕਾਰ ਨੇ ਕੰਮ ਸ਼ੁਰੂ ਕਰ ਦਿੱਤਾ ਕਿ ਅਸੀਂ ਨਜਾਇਜ਼ ਕਬਜ਼ੇ ਛਡਾਵਾਂਗੇ। ਹੁਣ ਇਹਦਾ ਮੋਡਸ ਆਪਰੈਂਡੀ ਦੇ ਉੱਤੇ ਮੈਂ ਜਿਹੜੀ ਟਿੱਪਣੀ ਕੀਤੀ, ਜਿਹਦੇ ਤੇ ਬਹੁਤ ਤਿਲ ਮਿਲਾ ਕੇ ਸਾਡੇ ਮੰਤਰੀ ਸਾਹਿਬ ਘਬਰਾ ਗਏ ਬਹੁਤ ਜ਼ਿਆਦਾ। ਇੱਕ ਦਿਨ ਮੈਂ ਇਹ ਕਿਹਾ ਸੀਗਾ ਕਿ ਪਹਿਲ ਦੇ ਆਧਾਰ ਦੇ ਉੱਤੇ ਜਿਹੜੇ ਤਾਕਤਵਰ ਲੋਕ ਨੇ ਪੋਲੀਟੀਕਲ, ਜਿਹੜੇ ਵੱਡੇ
ਮੰਤਰੀ, ਮੁੱਖ ਮੰਤਰੀ ਔਰ ਜਿਹੜੇ ਐਮਐਲਏ ਸਾਰੀਆਂ ਪਾਰਟੀਆਂ ਦੇ, ਮੈਂ ਉਸ ਸਾਰੇ ਕੰਮ ਵਿੱਚ ਸਭ ਤੋਂ ਪਹਿਲਾਂ ਮੈਂ ਕਿਹਾ ਕਾਂਗਰਸ ਨੂੰ ਸਟਾਰਟ ਕਰੋ ਨਾਲ ਇਨਵੈਸਟੀਗੇਟ ਕਰਨਾ, ਅਕਾਲੀ ਦਲ ਨੂੰ ਸਟਾਰਟ ਕਰੋ, ਆਮ ਆਦਮੀ ਪਾਰਟੀ ਦੇ ਕੋਈ ਤਾਕਤਵਰ ਲੋਕ, ਕਿਉਂਕਿ ਹੁਣ ਦੇਖੋ ਕੁਲਵੰਤ ਸਿੰਘ ਮੋਹਾਲੀ ਕੋਈ ਆਮ ਆਦਮੀ ਤਾਂ ਹੈ ਨਹੀਂਗਾ ਜਿਹੜਾ ਜਨਤਾ ਲੈਂਡ ਪ੍ਰਮੋਟਰ ਹੈਗਾ, ਉਹਦੇ ਕੋਲ ਵੀ ਬਹੁਤ ਸਾਰਾ ਇਦਾਂ ਅਗਰ ਇਨਵੈਸਟੀਗੇਟ ਕੀਤਾ ਜਾਊਗਾ ਤਾਂ ਬਹੁਤ ਕੁਝ ਲੱਭੇਗਾ। ਹੀ ਇਜ਼ ਅਬਾਊਟ ਆਈ ਥਿੰਕ ਵਾਟ ਆਈ ਰੀਅਲੀ ਡੋਂਟ ਨੋ 4-5 ਹਜ਼ਾਰ ਕਰੋੜ ਰੁਪਏ ਦਾ ਮਾਲਕ ਹੈਗਾ, ਉਹ ਕੋਈ ਆਮ ਆਦਮੀ ਤਾਂ ਹੈ ਹੀ ਨਹੀਂਗਾ। ਸੋ ਜਿਹੜੀਆਂ ਵੀ ਪਾਰਟੀਆਂ ਦੇ ਬੰਦੇ ਨੇ ਉਹਨਾਂ ਸਭ ਨੂੰ ਆਇਡੈਂਟੀਫਾਈ ਕਰੋ ਕਿ ਕਿਹਨਾਂ ਦੇ ਕੋਲ ਪੰਜਾਬ ਦੇ ਸਰਕਾਰ ਦੀ ਪੰਚਾਇਤਾਂ ਦੀ ਜ਼ਮੀਨ, ਸ਼ਾਮਲਾਟ ਜ਼ਮੀਨ ਜਿਹੜੀ ਉਹ ਨਜਾਇਜ਼ ਕਬਜ਼ੇ 'ਚ। ਤੇ ਦੂਸਰਾ ਅਫਸਰ, ਕਿਉਂਕਿ ਬਹੁਤ ਵਾਰ ਕੀ ਹੁੰਦਾ ਕਿ ਪੋਲੀਟੀਕਲ ਆਦਮੀ ਬਦਨਾਮ ਹੋ ਰਹੇ ਨੇ ਰਾਈਟਲੀ ਔਰ ਰੋਂਗਲੀ, ਤੇ ਅਫਸਰ ਜਿਹੜੇ ਨੇ ਉਹ ਬਿਹਾਈਂਡ ਦ ਸੀਨ ਬੈਠ ਕੇ ਸਾਰੇ ਕੰਮ ਕਰ ਰਹੇ ਨੇ। ਤੁਹਾਡੇ ਚੋਂ ਬਹੁਤ ਸਾਰੇ, ਤੁਸੀਂ ਸਾਰੇ ਬੜੇ ਅਵੇਅਰ ਜਰਨਲਿਸਟ ਹੋ, ਬਟ ਮੋਸਟ ਆਫ ਯੂ ਵੁਡਨਟ ਬੀ ਨੋਇੰਗ ਕਿ ਪੰਜਾਬ ਦਾ ਇਰੀਗੇਸ਼ਨ ਸੈਕਟਰੀ ਕੌਣ ਹੈ ਅੱਜ ਉੱਥੇ, ਜਾਂ ਲੇਬਰ ਡਿਪਾਰਟਮੈਂਟ ਦਾ ਹੈੱਡ ਕੌਣ ਹੈ ਪੰਜਾਬ ਦਾ, ਤੁਹਾਨੂੰ ਪਤਾ ਨਹੀਂ ਹੋਊਗਾ, ਮੈਨੂੰ ਵੀ ਨਹੀਂ ਪਤਾ। ਸੋ ਇਹ ਪਿੱਛੇ ਬੈਠ ਕੇ ਬੜੇ ਆਰਾਮ ਦੇ ਨਾਲ ਚੰਗੀਆਂ ਕਮਾਈਆਂ ਠੋਕ ਵਜਾ ਕੇ ਕਰਦੇ ਨੇ ਅਫਸਰ, ਜਿਹਦੇ 'ਚ ਚੀਫ ਸੈਕਟਰੀ, ਜਿਹਦੇ 'ਚ ਸਾਰੇ ਸਕੱਤਰ, ਜਿਹਦੇ 'ਚ IAS IPS ਪੁਲਿਸ ਵਾਲੇ, ਇਹ ਸਾਰਾ ਕੁਝ ਜਿਹੜਾ ਬਹੁਤ ਮੋਟਾ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਹੈ। ਤੇ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਜਾਂ ਮਿਨਿਸਟਰ ਨੂੰ ਇਹ ਕਿਹਾ ਸੀਗਾ ਕਿ ਪਹਿਲਾਂ ਇਹਨਾਂ ਤੋਂ ਛਡਾਓ ਜ਼ਮੀਨ, ਸੈਟ ਐਨ ਐਗਜ਼ਾਮਪਲ। ਜਦੋਂ ਤੁਸੀਂ ਵੱਡੇ ਬੰਦਿਆਂ ਤੋਂ ਛਡਾ ਲਈ, ਕਿਉਂਕਿ ਵੱਡੇ ਬੰਦਿਆਂ ਦੀ ਜ਼ਮੀਨ ਕਿੰਨੀ ਆ ਚੰਡੀਗੜ੍ਹ ਦੇ ਵਿੱਚ, ਕਿਸੇ ਦੀ 150 ਕਿੱਲਾ ਵਾ, ਕਿਸੇ ਦੀ 100 ਕਿੱਲਾ ਵਾ। ਕੈਪਟਨ ਅਮਰਿੰਦਰ ਸਿੰਘ ਚੰਗਾ ਨਹੀਂ ਲੱਗਦਾ, ਮੇਰੇ ਖਿਆਲ ਸ਼ਾਇਦ 1200 ਕਨਾਲ ਆ। ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਕੋਲ ਆ, ਸੁਮੇਧ ਸਿੰਘ ਸੈਣੀ ਫਾਰਮਰ DGP ਦੇ ਕੋਲ ਆ। ਲਾਈਕਵਾਈਜ਼ ਜਿਹੜੇ ਅਫਸਰ ਹੁਣ ਇਹਨਾਂ ਦਾ ਕੰਮ ਕਰ ਰਹੇ ਨੇ, ਉਹਨਾਂ ਸਾਰਿਆਂ ਦੀਆਂ ਜ਼ਮੀਨਾਂ ਉੱਥੇ ਨਵੇਂ ਚੰਡੀਗੜ੍ਹ ਦੇ ਵਿੱਚ, ਅਰਾਊਂਡ ਨਵਾਂ ਚੰਡੀਗੜ੍ਹ, ਅਰਾਊਂਡ ਮੋਹਾਲੀ ਡਿਸਟ੍ਰਿਕਟ। ਕਿਉਂਕਿ ਕੋਈ ਸਧਾਰਨ ਬੰਦਾ ਤਾਂ ਉੱਥੇ ਰੈਵਨਿਊ ਡਿਪਾਰਟਮੈਂਟ ਤੇ ਇਨਫਲੂਐਂਸ ਕਰਕੇ ਗਰਦੌਰੀਆਂ ਬਦਲਾ ਹੀ ਨਹੀਂ ਸਕਦਾ ਸੀਗਾ, ਕਾਬਜ਼ ਹੋ ਹੀ ਨਹੀਂ ਸਕਦਾ ਸੀਗਾ। ਇਹ ਤਾਂ ਤਾਕਤਵਰ ਬੰਦੇ ਜਿਹੜੇ ਬੈਠੇ ਸੀ ਉਹਨਾਂ ਨੇ ਕਾਬਜ਼ ਹੋਣਾ ਸੀਗਾ। ਸੋ ਮੇਰਾ ਕਹਿਣ ਦਾ ਮਤਲਬ, ਜਿਹੜਾ ਮਿਨਿਸਟਰ ਨੂੰ ਸਮਝ ਨਹੀਂ ਆਇਆ, ਉਹ ਕਹਿੰਦਾ ਜੀ ਗੈਰ ਕਾਨੂੰਨੀ ਕੁਝ ਨਹੀਂ ਛਡਾ ਰਹੇ। ਮੈਂ ਕਿਦੋਂ ਕਿਹਾ ਗੈਰ ਕਾਨੂੰਨੀ ਛਡਾ ਰਹੇ ਹੋ? ਅਕਸਰ ਸਰਕਾਰ ਐਕਟ ਕਰ ਰਹੀ ਆ, ਰੂਰਲ ਡਿਵੈਲਪਮੈਂਟ ਪੰਚਾਇਤ ਦਾ ਡਿਪਾਰਟਮੈਂਟ ਐਕਸ਼ਨ ਲੈ ਰਿਹਾ, ਜ਼ਮੀਨਾਂ ਛਡਾ ਰਿਹਾ, ਤੇ ਕਾਨੂੰਨੀ ਤੌਰ ਤੇ ਕਰਾਉਂਦਾ ਹੋਊਗਾ, ਗੈਰ ਕਾਨੂੰਨੀ ਤਾਂ ਨਹੀਂ ਮੈਂ ਕਹਿ ਰਿਹਾ। ਪਰ ਮੋਡਸ ਆਪਰੈਂਡੀ ਤੇ ਇਤਰਾਜ਼ ਸੀਗਾ ਕਿ ਪਹਿਲਾਂ ਛਡਾਓ ਵੱਡਿਆਂ ਤੋਂ। ਹੁਣ ਹੋ ਕੀ ਰਿਹਾ ਵਾ ਕਿ ਕਿੱਲੇ ਵਾਲੇ ਕਲਪ ਰਹੇ ਨੇ ਸਾਰੇ ਪੰਜਾਬ ਦੇ ਵਿੱਚ। ਕੁਝ ਲੋਕ ਇਦਾਂ ਦੇ ਨੇ, ਬਹੁਤ ਸਾਰੇ ਪਿੰਡ ਜਿਹੜੇ ਮੇਰੇ ਇਨ ਟੱਚ ਵਿੱਚ ਆਏ, ਪਿਛਲੇ ਕਈ ਦਰਜਨਾਂ ਲੋਕਾਂ ਨੇ ਮੈਨੂੰ ਅਪਰੋਚ ਕੀਤਾ, ਜਿੱਦਾਂ ਸ਼ੁਤਰਾਣੇ ਦਾ ਇੱਕ ਅਰਨੋ ਪਿੰਡ ਆ, ਜਾਂ ਝਲੇੜੀ ਕਲਾਂ ਇੱਕ ਫਤਿਹਗੜ੍ਹ ਸਾਹਿਬ ਦਾ ਵਾ, ਜਾਂ ਰਤੋਕੇ ਪਿੰਡ ਤਰਨਤਾਰਨ ਦਾ ਵਾ, ਜਾਂ ਫਿਰੋਜ਼ਪੁਰ ਦਾ ਕੋਈ ਪਿੰਡ ਆ। ਉਹ ਲੋਕ ਕਹਿੰਦੇ ਨੇ ਕਿ ਅਸੀਂ 1-1 2-2 ਕਿੱਲੇ ਤੇ ਕਾਸ਼ਤ ਕਰ ਰਹੇ ਪਿਛਲੇ 70 ਸਾਲ ਤੋਂ, ਜ਼ਮੀਨਾਂ ਵੀ ਉਹਨਾਂ ਆਬਾਦ ਕੀਤੀਆਂ। ਇਹ ਗਰੀਬ ਕਿਸਾਨ ਜਿਹੜੇ ਮਾਰਜਨਲ ਸਮਾਲ ਫਾਰਮਰਸ, ਉਹਦੇ 'ਚ ਜਨਰਲ ਕੈਟੇਗਰੀ ਦੇ ਵੀ ਨੇ, ਬੈਕਵਰਡ ਕਲਾਸ ਵੀ ਹੈ, ਤੇ ਦਲਿਤ ਵੀ ਨੇ। ਉਹ ਰੋਟੀ ਖਾਂਦੇ ਨੇ ਕਿੱਲੇ 2 ਕਿੱਲੇ ਦੀ ਜ਼ਮੀਨ ਤੋਂ। ਤੇ ਆਪਾਂ ਉਹਨਾਂ ਤੇ ਉਹ ਵਾਢਾ ਨਾ ਲਾਓ, ਪਹਿਲਾਂ ਵੱਡਿਆਂ ਤੋਂ ਛਡਾਓ, ਤੇ ਫਿਰ ਇਹਨਾਂ ਦੇ ਨਾਲ ਆਪਾਂ ਬੈਠ ਕੇ ਗੱਲ ਕਰੋ। ਹੁਣ ਚਾਹੀਦਾ ਤਾਂ ਇਹ ਆ ਅਸੂਲਨ ਕਿ ਆਈ ਹੈਵ ਗॉट ਦਿਸ ਐਕਟ ਵਿਦ ਮੀ, ਜਿਹੜਾ ਕਿ ਤੁਹਾਨੂੰ ਮੈਂ ਕੋਟ ਕਰ ਦਿੰਦਾ। ਇਹ ਹੈਗਾ ਵਾ ਦ ਪੰਜਾਬ ਵੈਲਫੇਅਰ ਐਂਡ ਸੈਟਲਮੈਂਟ ਆਫ ਲੈਂਡਲੈਸ ਮਾਰਜਨਲ ਐਂਡ ਸਮਾਲ ਆਕੂਪੈਂਟ ਫਾਰਮਰਸ ਅਲੋਟਮੈਂਟ ਆਫ ਸਟੇਟ ਗਵਰਨਮੈਂਟ ਲੈਂਡ ਐਕਟ 2020 ਲੇਟੈਸਟ ਹੈ। ਔਰ ਇਹਦੇ 'ਚ ਕੀ ਕਹਿੰਦੇ ਨੇ ਉਹ, ਇਸ ਐਕਟ ਦੇ ਵਿੱਚ ਜਿਹੜੇ ਮਤਲਬ ਕਿ ਇਸ ਜਿਹੜੇ ਛੋਟੇ ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਨੂੰ ਜ਼ਮੀਨ ਅਲਾਟ ਕਰਨ ਦਾ ਐਕਟ ਬਣਾਇਆ ਪੰਜਾਬ ਸਰਕਾਰ ਨੇ, ਇਸੇ ਸਾਡੀ ਸਰਕਾਰ ਨੇ 2020 'ਚ। ਔਰ ਇਹਦੇ 'ਚ ਹੋਰ ਸਾਰੀਆਂ ਇਹਦੀਆਂ ਜਿਹੜੀਆਂ ਸੈਕਸ਼ਨਸ ਨੇ, ਮੈਂ ਤੁਹਾਨੂੰ ਈਮੇਲ ਕਰ ਦੂੰਗਾ ਇਹ। ਉਹ ਕਹਿੰਦੇ ਨੇ ਕਿ ਕਿਉਂ ਬਣਾਇਆ ਵਾ, ਟੂ ਪ੍ਰੋਵਾਈਡ ਐਜ਼ ਅ ਵੈਲਫੇਅਰ ਮੈਜਰ ਫॉर ਅਲਾਟਮੈਂਟ ਆਫ ਲੈਂਡ ਟੂ ਲੈਂਡਲੈਸ marginal small farmers who are in cultivating possession and occupation of government lands for a period of 10 years or more and for protecting government interest। ਜਿਹੜੇ ਕਿਸਾਨਾਂ ਦੇ ਕੋਲ 10 ਸਾਲ ਤੋਂ ਕਬਜ਼ਾ ਵਾ, ਛੋਟੇ ਕਿਸਾਨ ਕਹਿ ਰਿਹਾ ਮੈਂ, ਦੁਬਾਰਾ ਬਾਦਲ ਤੇ ਕੈਪਟਨ ਨਹੀਂ ਕਹਿ ਰਿਹਾ, ਛੋਟੇ ਕਿਸਾਨ ਜਿਹੜੇ ਕਿੱਲੇ 2 ਕਿੱਲੇ ਵਾਲੇ ਨੇ, ਜਿਹੜੇ ਬੇਜ਼ਮੀਨੇ ਨੇ, ਜਿਨ੍ਹਾਂ ਦੀ ਆਪਣੀ ਕੋਈ ਜ਼ਮੀਨ ਨਹੀਂ ਗੀ, ਉਹਨਾਂ ਵਾਸਤੇ ਇਹ ਐਕਟ ਬਣਾਇਆ ਪੰਜਾਬ ਦੀ ਸਰਕਾਰ ਨੇ, ਪੰਜਾਬ ਵਿਧਾਨ ਸਭਾ ਨੇ। ਅੱਗੇ ਕੀ ਕਹਿੰਦਾ ਵਾ, ਇਸੇ ਐਕਟ ਦੇ ਤਹਿਤ ਉਹਨਾਂ ਨੇ ਫਿਰ ਡਿਫਾਈਨ ਕੀਤਾ ਕਿ ਕਿਹਨੂੰ ਜ਼ਮੀਨ ਕਿੰਨੇ ਦੀ ਦੇ ਸਕਦੇ ਹੋ ਤੁਸੀਂ। ਇਸ ਐਕਟ ਦੇ ਵਿੱਚ ਪ੍ਰੋਵਾਈਡਡ ਹੈਗਾ, ਜਿਹੜਾ ਮੈਂ ਹਾਈਲਾਈਟ ਕੀਤਾ ਪੋਰਸ਼ਨ। ਇਹ ਕਹਿੰਦੇ ਨੇ ਫॉर ਮਾਰਜਨਲ ਐਂਡ ਸਮਾਲ ਫਾਰਮਰਸ ਆਫ ਜਨਰਲ ਕੈਟੇਗਰੀ, ਜਿਹੜੇ ਆਮ ਜਨਰਲ ਲੋਕ ਨੇ, ਉਹਨਾਂ ਵਾਸਤੇ ਅਪ ਟੂ 2.5 ਏਕੜ 50% ਆਫ ਦ ਕਲੈਕਟਰ ਰੇਟ, ਜੋ ਵੀ ਰੇਟ ਹੈਗਾ, ਇਹ ਮੈਂ ਕਹਿ ਰਿਹਾ ਪ੍ਰੋਵਿੰਸ਼ੀਅਲ ਗਵਰਨਮੈਂਟ ਦੀਆਂ ਲੈਂਡਸ
ਆਫ ਕੋਰਸ देयर इज अ डिफरेंस। ਪੰਚਾਇਤ ਆਟੋਨੋਮਸ ਬੋਡੀ ਆ, ਪੰਚਾਇਤ ਦੀਆਂ ਜ਼ਮੀਨਾਂ ਬਾਰੇ ਨਹੀਂ ਮੈਂ ਜ਼ਿਕਰ ਕਰ ਰਿਹਾ। ਇਹ ਐਕਟ ਬਣਿਆ ਵਾ ਪੰਜਾਬ ਸਰਕਾਰ ਦੀਆਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੀਆਂ ਜਿਹੜੀਆਂ ਜ਼ਮੀਨਾਂ ਪੰਜਾਬ ਦੇ ਵਿੱਚ ਪਈਆਂ ਨੇ, ਦਰਿਆਵਾਂ ਦੇ ਕੰਢਿਆਂ ਤੇ ਪਈਆਂ ਨੇ, ਇੱਧਰ ਉੱਧਰ ਹੋਰ ਜਗ੍ਹਾ ਤੇ ਪਈਆਂ ਨੇ, 2.5 ਏਕੜ ਤੋਂ ਲੈ ਕੇ 5 ਏਕੜ ਤੱਕ 65% ਆਫ ਦਾ ਕਲੈਕਟਰ ਰੇਟ। ਇਹ ਅਲੋਟਮੈਂਟ ਵਾਸਤੇ ਹੀ ਬਕਾਇਦਾ ਸਰਕਾਰ ਦੀ ਨੋਟੀਫਿਕੇਸ਼ਨ ਹੈ। ਤੇ ਅੱਗੇ ਉਹਨਾਂ ਨੇ ਕਿਹਾ ਹੁਣ ਆ ਜਾਓ ਫॉर ਲੈਂਡਲੈਸ ਆਫ ਬੋਥ ਕੈਟੇਗਰੀਜ਼, ਜਿਹੜੇ ਬੇਜ਼ਮੀਨੇ ਨੇ, ਜਨਰਲ ਕੈਟੇਗਰੀ ਐਂਡ ਸ਼ਡਿਊਲ ਕਾਸਟ ਕੈਟੇਗਰੀ, ਉਹਨਾਂ ਵਾਸਤੇ ਲਿਖਿਆ ਕਿ ਜੇ 2.5 ਏਕੜ ਤੱਕ ਅਲੋਟਮੈਂਟ ਕਰਨੀ ਆ ਤਾਂ 30 ਪੈਸੇ ਰੇਟ ਲੈਣਾ ਕਲੈਕਟਰ ਦਾ। ਫਰਜ਼ ਕਰੋ 10 ਲੱਖ ਰੁਪਇਆ ਕਿਸੇ ਜਗ੍ਹਾ ਤੇ ਸਰਕਾਰੀ ਰੇਟ ਹੈ, ਉਹਨੇ ਕਿਹਾ 3 ਲੱਖ ਰੁਪਏ ਵਿੱਚ ਗਰੀਬਾਂ ਨੂੰ, ਬੇਜ਼ਮੀਨਾਂ ਨੂੰ ਤੁਸੀਂ ਜ਼ਮੀਨ ਅਲੋਟ ਕਰ ਸਕਦੇ ਹੋ। ਫਿਰ ਲਿਖਿਆ 2.5 ਏਕੜ ਤੋਂ ਬਾਅਦ 5 ਏਕੜ ਤੱਕ 40% ਆਫ ਦਾ ਕਲੈਕਟਰ ਰੇਟ। ਇਹ ਨੋਟੀਫਿਕੇਸ਼ਨ ਬਕਾਇਦਾ ਤੌਰ ਤੇ 2021 ਵਿੱਚ ਲਾਗੂ ਹੋਈ ਹੈ, ਨੋਟੀਫਾਈ ਹੋਈ, ਗਜ਼ਟ ਨੋਟੀਫਿਕੇਸ਼ਨ ਹੋਈ ਹੈ। ਹੁਣ ਜੇ ਮੈਨੂੰ ਦੱਸੋ ਕਿ ਪੰਜਾਬ ਦੀ ਸਰਕਾਰ ਆਪਣੀ ਜ਼ਮੀਨ, ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਜ਼ਮੀਨ ਹੈਗੀ ਆ, ਉਹ ਇੱਕ ਨੀਤੀ ਦੇ ਤਹਿਤ ਪੰਜਾਬ ਦੀ ਵਿਧਾਨ ਸਭਾ ਵਿੱਚ ਐਕਟ ਤਰਮੀਮ ਕਰਕੇ ਜਿਹੜੇ ਬੇਜ਼ਮੀਨੇ ਨੇ, ਜਿਹੜੇ ਛੋਟੇ ਕਿਸਾਨ ਨੇ, ਜਿਹੜੇ ਗਰੀਬ ਕਿਸਾਨ ਨੇ, ਚਾਹੇ ਉਹ ਜਨਰਲ ਕੈਟੇਗਰੀ ਆ, ਚਾਹੇ ਉਹ ਬੈਕਵਰਡ ਕਲਾਸਿਸ ਆ, ਚਾਹੇ ਉਹ ਦਲਿਤ ਆ, ਉਹਨਾਂ ਨੂੰ ਇਹ ਜ਼ਮੀਨ ਜਿਹੜੀ ਸਰਕਾਰ ਦੇ ਸਕਦੀ ਹੈ। ਹੁਣ ਮੰਤਰੀ ਸਾਹਿਬ ਕਹਿੰਦੇ ਜੀ ਗੈਰ ਕਾਨੂੰਨੀ ਕੁਝ ਨਹੀਂ ਕਰ ਰਹੇ। ਮੈਂ ਪੁੱਛਣਾ ਚਾਹੁੰਦਾ ਕਿ ਕੀ ਮੰਤਰੀ, ਜੇ 6 ਲੱਖ ਏਕੜ ਜ਼ਮੀਨ ਹੈ ਪੰਜਾਬ ਦੇ ਵਿੱਚ, ਕੀ ਪੰਜਾਬ ਦਾ ਇੱਕ ਮਿਨਿਸਟਰ 6 ਲੱਖ ਏਕੜ ਸਾਰਿਆਂ 'ਚ ਇਕੱਲਾ ਛਡਾਉਣ ਜਾਊਗਾ? ਫਿਰ ਡਿਪਾਰਟਮੈਂਟ ਸਾਰਾ ਭੰਗ ਕਰ ਦੇਣਾ ਚਾਹੀਦਾ। ਡਾਇਰੈਕਟਰ ਨੂੰ ਕਹੇ ਚੱਲ ਆਪਣੇ ਘਰ ਬਹਿ, ਡੀਡੀਪੀਓਜ਼ ਨੂੰ ਕਰੋ ਛੁੱਟੀ, ਮਿਨਿਸਟਰ ਸਾਹਿਬ ਹੈਗੇ ਨੇ, ਨਾਲ ਕੈਮਰਾ ਹੈਗਾ ਵਾ, ਅਸੀਂ ਜਾਵਾਂਗੇ, ਅਸੀਂ ਤੁਹਾਨੂੰ ਦਿਖਾਵਾਂਗੇ ਕਿ ਮਿਨਿਸਟਰ ਜਾ ਕੇ 10 ਕਿੱਲੇ ਛਡਾਤੇ, 50 ਕਿੱਲੇ ਛਡਾਤੇ, 100 ਕਿੱਲਾ ਛਡਾਤਾ, 200 ਕਿੱਲਾ ਛਡ। ਦਿਸ ਇਜ਼ ਨਾਟ ਦ ਵਰਕ ਆਫ ਦ ਮਿਨਿਸਟਰ। Minister means what? Minister means government. Government means what? Government means to form a policy and to implement that policy universally, completely all over the state. ਹੁਣ ਇਹਦੇ ਚ ਪਾਲਿਸੀ ਮੇਰੀ ਤੁਹਾਨੂੰ ਜਿਹੜੀ ਗੱਲ ਉਹਨਾਂ ਨੂੰ ਨਹੀਂ ਸਮਝ ਆ ਰਹੀ ਜਾਂ ਪਤਾ ਨਹੀਂ ਕਿਉਂ ਨਹੀਂ ਸਮਝ ਆ ਰਹੀ ਜਾਂ ਜਾਣ ਕੇ ਉਹਨੂੰ ਇਗਨੋਰ ਕਰ ਰਹੇ ਨੇ। ਤੁਸੀਂ ਜਿਹੜੇ ਤਾਂ ਲੋਕੀ ਵੈਲ ਆਫ ਨੇ, ਜ਼ਮੀਨਾਂ ਦੇ ਮਾਲਕ ਨੇ, ਜਿਨ੍ਹਾਂ ਦੇ ਕੋਲ ਸਾਰੇ ਸਾਧਨ ਨੇ, ਉਹਨਾਂ ਕੋਲੋਂ ਤਾਂ ਛਡਾਓ ਜੀ ਸਦਕੇ। ਜਿਹੜੇ ਬੇਜ਼ਮੀਨੇ ਨੇ, ਜਿਹੜੇ ਲੋਕ 70 ਸਾਲ ਦੇ, ਮੈਨੂੰ ਲੋਕਾਂ ਨੇ ਕਿਹਾ ਕਿ 1904 ਦੀਆਂ ਗਰਦੌਰੀਆਂ ਸਾਡੇ ਕੋਲ, ਕਿੰਨੇ ਸਾਲ ਹੋ ਗਏ ਜੀ? 115 ਸਾਲ, 20 ਸਾਲ। ਜਿਹੜੇ ਲੋਕ 100 ਸਾਲ ਦੇ ਜ਼ਮੀਨ ਵਾਰੇ ਨੇ, ਇੱਕ 2 3 ਕਿੱਲੇ ਰੋਟੀ ਖਾਂਦੇ ਨੇ ਗਰੀਬ ਆਦਮੀ, ਤੁਸੀਂ ਉਹਨਾਂ ਕੋਲੋਂ ਥੋੜ੍ਹੋ ਜ਼ਮੀਨ ਖੋਹ ਸਕਦੇ ਹੋ? ਉਹਨਾਂ ਦੇ ਨਾਮ ਤੇ ਗਿਰਦਾਵਰੀਆਂ ਨੇ। ਹੋ ਸਕਦਾ ਕਈਆਂ ਦੇ ਨਾਂ, ਕਈ ਵਿਚਾਰੇ ਕੋਰਟ ਕੇਸ ਵੀ ਹਾਰ ਗਏ ਹੋਣਗੇ, ਵੀ ਮੰਨ ਲਿਆ ਮੈਂ, ਕੋਰਟ ਕੇਸ ਹਾਰ ਸਕਦੇ, ਬਿਕੋਜ਼ ਪੰਚਾਇਤ ਦੀ ਜ਼ਮੀਨ ਦੇ ਨਾਲ ਕੋਰਟ ਕੌਣ ਲੜ ਸਕਦਾ? ਅਲਟੀਮੇਟਲੀ ਐਂਡ ਆਫ ਦ ਡੇ ਜ਼ਮੀਨ ਪੰਚਾਇਤ ਕੋ ਰਹਿਣੀ ਚਾਹੀਦੀ ਹੈ, ਰਵੇਗੀ। ਪਰ ਗਵਰਨਮੈਂਟ ਨੂੰ ਇੱਕ ਪਾਲਿਸੀ ਬਣਾਉਣੀ ਚਾਹੀਦੀ ਹੈ। ਮੇਰੀ ਭਗਵੰਤ ਮਾਨ ਨੂੰ ਬੜੀ ਹਲੀਮੀ ਨਾਲ ਬੇਨਤੀ ਆ ਕਿ ਤੁਸੀਂ ਇੱਕ ਪਾਸੇ ਕਹਿੰਦੇ ਕਿ ਅਸੀਂ ਆਮ ਬੰਦਿਆਂ ਦੀ ਸਰਕਾਰ ਹੈ, ਤੁਸੀਂ ਕਹਿੰਦੇ ਅਸੀਂ ਬਿਲਕੁਲ ਥੱਲਿਓਂ ਸੱਥਾਂ ਤੋਂ ਉੱਠ ਕੇ ਜ਼ਮੀਨ ਨਾਲ ਜੁੜੇ ਹੋਏ ਆਦਮੀ ਆ। ਜੇ ਜ਼ਮੀਨ ਨਾਲ ਜੁੜੇ ਹੋਏ ਹੋ ਤੇ ਫਿਰ ਘੱਟੋ ਘੱਟ ਉਹਨਾਂ ਗਰੀਬਾਂ ਤੇ ਰਹਿਮ ਕਰੋ। ਉਹਨਾਂ ਨੂੰ ਤੁਸੀਂ ਜੈਨੂਅਨ ਰੇਟ ਪਾ ਕੇ ਇੱਕ ਲਿਮਿਟ ਰੱਖ ਲਓ ਕਿ ਅਸੀਂ 3 ਕਿੱਲੇ ਰੱਖ ਲਓ, ਮੇਰੇ ਵੱਲੋਂ ਭਾਵੇਂ 5 ਕਿੱਲੇ ਰੱਖ ਲਓ, ਕਿ 5 ਕਿੱਲਿਆਂ ਤੋਂ ਥੱਲੇ ਜਿਹੜੇ ਲੋਕ ਬੇਜ਼ਮੀਨੇ ਨੇ, ਜਿਹੜੇ ਗਰੀਬ ਨੇ, ਸਮਾਲ ਤੇ ਮਾਰਜਨਲ ਫਾਰਮਰ ਹੈਗਾ, ਅਸੀਂ ਇਹਨਾਂ ਨੂੰ ਪੰਜਾਬ ਦੀ ਪੰਚਾਇਤ ਦੀ ਜ਼ਮੀਨ ਦੇ ਮਾਲਕ ਬਣਾ ਦਿੰਨੇ ਆ, ਬਸ਼ਰਤ ਕਿ ਇਹ ਵੀ ਪੈਸੇ ਜਮ੍ਹਾਂ ਕਰਾਉਣ ਪੰਜਾਬ ਦੇ ਖਜ਼ਾਨੇ 'ਚ। ਉਹਦਾ ਕੋਈ 10 ਸਾਲ ਦੀ ਈਜ਼ੀ ਇੰਸਟਾਲਮੈਂਟਸ ਰੱਖ ਦੇਣ ਤਾਂ ਕਿ ਉਹ ਪੈਸੇ ਜਿਹੜੇ ਬਣਾ ਕੇ ਦੇ ਕੇ ਲੋਕੀ ਮਾਲਕ ਬਣ ਸਕਣ। ਬਸ ਇੰਨਾ ਮੇਰਾ ਕਹਿਣਾ ਸੀਗਾ। ਤੇ ਮੰਤਰੀ ਸਾਹਿਬ ਕੱਪੜਿਆਂ ਤੋਂ ਬਾਹਰ ਹੋ ਕੇ ਇੱਧਰ ਨੂੰ ਜਾਣ, ਕਦੀ ਉੱਧਰ ਨੂੰ ਜਾਣ। ਪਰ ਪਹਿਲੀ ਗੱਲ ਤਾਂ ਪੋਲੀਟੀਕਲ ਬੰਦਿਆਂ ਦੀ ਮੈਨੂੰ ਥੋੜਾ ਦੁੱਖ ਨਾਲ ਕਹਿਣਾ ਪੈਂਦਾ ਕਿ ਦੇ ਡੂ ਨਾਟ ਗ੍ਰਾਸਪ ਦ ਸਿਚੁਏਸ਼ਨ, ਦੇ ਡੂ ਨਾਟ ਅੰਡਰਸਟੈਂਡ ਦੀ ਇਸ਼ੂ। ਪਹਿਲਾਂ ਅੰਡਰਸਟੈਂਡ ਕਰੋ ਕਿ ਮੈਂ ਕਹਿਣਾ ਕੀ ਚਾਹੁੰਦਾ ਸੀਗਾ। ਮੈਂ ਕਿਸੇ ਨੂੰ ਰੋਕ ਨਹੀਂ ਰਿਹਾ ਕਿ ਪੰਚਾਇਤ ਦੀ ਜ਼ਮੀਨ ਨਹੀਂ ਛਡਾਉਣੀ। ਸਭ ਤੋਂ ਵੱਡਾ ਮੈਂ ਮੁਦਈ ਆ। ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ, ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀਆਂ ਦੋਨੋਂ ਵੋਲਿਊਮਸ ਮੈਂ ਪਬਲਿਕ ਡੋਮੇਨ 'ਚ ਲੈ ਕੇ ਆਇਆ ਹੋਇਆ ਹਾਂ। ਇਹ ਤਾਂ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਅਗਰ ਨਹੀਂ ਚਾਹੁੰਦੀਆਂ, ਉਹ ਠੰਡੇ ਬਸਤੇ 'ਚ ਪਾ ਦਿੰਦੀਆਂ ਨੇ। ਨਵਜੋਤ ਸਿੱਧੂ ਨੇ ਵੀ ਟਰਾਈ ਕੀਤਾ, ਠੰਡੇ ਬਸਤੇ 'ਚ ਪਾ ਦਿੱਤਾ ਵਾ। ਹੁਣ ਭਗਵੰਤ ਮਾਨ ਅਗਰ ਐਕਸ਼ਨ ਲੈ ਰਹੇ ਨੇ ਤਾਂ ਉਹ ਬਹੁਤ ਅੱਛੀ ਗੱਲ ਹੈਗੀ ਆ। ਇਸ ਤਰ੍ਹਾਂ ਦਾ ਇੱਕ ਐਕਟ ਜਿਹੜਾ ਵਾ, ਇਟ ਐਮਪਾਵਰਸ ਦੀ ਗਵਰਨਮੈਂਟ ਟੂ protect the rights of small marginal farmers, landless farmers, dalits and also the poorest of the poor of the society। ਇਹ ਉਹਨਾਂ ਨੂੰ ਕਰਨ ਦੇ ਵਾਸਤੇ ਮੈਂ ਪ੍ਰੇਰ ਰਿਹਾ ਸੀਗਾ। ਹੁਣ ਆ ਜੋ ਗੱਲ ਕਿ ਉਹ ਨਹੀਂ ਮੰਨਦੇ, ਕਹਿੰਦੇ ਅਸੀਂ ਤਾਂ ਕਰਨਾ ਹੀ ਕਰਨਾ, ਅਸੀਂ ਤਾਂ ਬੁਲਡੋਜ਼ਰ ਚਲਾਉਣਾ ਹੀ ਚਲਾਉਣਾ। ਕੱਲ ਮੋਹਾਲੀ ਦਾ ਬਹੁਤ ਹਿੱਸਾ ਢਾਇਆ ਗਿਆ, ਗੈਰ ਕਾਨੂੰਨੀ ਕਬਜ਼ੇ ਨੇ। ਕੇਜਰੀਵਾਲ ਦਿੱਲੀ ਵਿੱਚ ਤਾਂ ਬੁਲਡੋਜ਼ਰ ਦੇ ਉਲਟ ਬੋਲਦਾ ਵਾ ਤੇ ਪੰਜਾਬ ਦੇ ਵਿੱਚ ਬੁਲਡੋਜ਼ਰ ਪੋਲਿਟਿਕਸ ਦੀ ਸਪੋਰਟ ਕਰਦਾ ਵਾ।
ਇੱਥੇ ਵੀ ਜੇ ਅਗਰ ਗਰੀਬ ਆਦਮੀ ਕਿਸੇ ਨੇ ਖੋਕਾ ਪਾ ਲਿਆ ਫਿਰ ਪਹਿਲਾਂ ਉਹਨਾਂ ਨੂੰ ਰੀਹੈਬਿਲਿਟੇਟ ਤਾਂ ਕਰੋ। ਜੇ ਕਿਸੇ ਨੇ ਕੋਈ ਰੇੜੀ ਲਾ ਲਈ ਆ ਉਹਨੂੰ ਰੀਹੈਬਿਲਿਟੇਟ ਤਾਂ ਕਰੋ ਕਿ ਤੈਨੂੰ ਅਸੀਂ ਸਾਲ ਦਾ ਟਾਈਮ ਦੇਣ ਲੱਗੇ ਆ, ਤੂੰ ਆਪਣਾ, ਤੈਨੂੰ ਅਸੀਂ ਖੋਖੇ ਦੀ ਜਗ੍ਹਾ ਤੇ ਇੱਕ ਛੋਟਾ ਬੂਥ ਬਣਾ ਦੇਾਂਗੇ। ਸਰਕਾਰਾਂ ਦਾ ਹੋਰ ਕੰਮ ਕੀ ਆ? what is a government is basically a welfare state, welfare of the people। ਤੁਸੀਂ ਕਿਸੇ ਕੋਰਟ ਨੇ ਆਰਡਰ ਕਰਤਾ, ਮੰਨ ਲਿਆ, ਆਰਡਰ ਕਰਤਾ, ਗਮਾਡਾ ਨੇ ਆਰਡਰ ਕਰਤਾ, ਮੰਨ ਲਿਆ, ਦੈਟ ਡਸਨਟ ਮੀਨ ਕਿ ਤੁਸੀਂ ਰੇਸ ਟੂ ਦ ਗਰਾਊਂਡ ਕਰ ਦੋਗੇ ਧੱਕੇ ਦੇ ਨਾਲ। ਇਦਾਂ ਤਾਂ ਮੁਗਲ ਕਰਦੇ ਸੀ, ਅੰਗਰੇਜ਼ ਕਰਦੇ ਸੀ, ਵੀ ਆਪਾਂ ਉਹਨਾਂ ਦੇ ਖਿਲਾਫ ਰੌਲਾ ਪਾਉਂਦੇ ਸੀਗੇ ਕਿ ਜਿਸ ਨੂੰ ਵੀ ਡਿਸਪਲੇਸ ਕਰਨਾ, ਜਿਹੜੇ ਰੇੜੇ ਹਟਾਉਣੇ ਆ। ਹਾਈ ਕੋਰਟ ਦਾ ਹੁਕਮ ਹੈ ਕਿ ਉਹ ਕੀ ਕਹਿੰਦੇ ਹੁੰਦੇ ਉਹਨਾਂ ਨੂੰ, ਉਹ ਰੇੜਿਆਂ ਦਾ ਦੂਜਾ ਵਰਡ ਕੀ ਹੁੰਦਾ ਇੱਕ ਪਿੰਡਾਂ 'ਚ? ਹਾਂ ਜੁਗਾੜ ਜਿਹੜਾ ਚੱਲਦੇ ਨੇ, ਨਹੀਂ ਉਹਦਾ ਇੱਕ ਹੋਰ ਨਾਮ ਹੈ ਜੀ, ਆ ਪੀਟਰ ਰੇੜਾ ਨੇ, ਇੱਕ ਹੋਰ ਹੈਗਾ, ਚਲ ਛੱਡੋ। ਜਿੱਦਾਂ ਹੁਣ ਆਪਾਂ ਕਹਿੰਦੇ ਰੇੜੇ ਵਾਲੇ ਆਪਾਂ ਬੈਨ ਕਰਨੇ ਨੇ, ਹਾਈ ਕੋਰਟ ਨੇ ਆਖੇ ਆਰਡਰ ਦਿੱਤਾ ਹੋਇਆ, ਫਿਰ ਰੇੜੇ ਵਾਲਿਆਂ ਨੂੰ ਕਹੋ ਤੁਹਾਨੂੰ 1 ਸਾਲ ਦਾ ਟਾਈਮ ਹੈ, ਅਸੀਂ ਤੁਹਾਨੂੰ ਸੌਫਟ ਲੋਨਸ ਦੇਵਾਂਗੇ, ਤੁਸੀਂ ਆਪਣਾ ਕੋਈ ਹੋਰ ਬੰਦੋਬਸਤ ਕਰ ਲਓ, ਕੋਈ ਅੱਛੀ ਮਸ਼ੀਨਰੀ ਦਾ ਬਣਾ ਲਓ ਜਿਹੜਾ ਅੱਜ ਦੇ ਯੁੱਗ ਦੇ ਵਿੱਚ ਸਾਇੰਟੀਫਿਕਲੀ ਅਪਰੂਵਡ ਆ। ਭਾਵੇਂ ਆਟੋ ਲੈ ਲਓ, ਭਾਵੇਂ ਕੋਈ ਇੱਕ ਮਸ਼ੀਨ ਵਾਲਾ ਪ੍ਰੋਪਰ ਜਿਹੜਾ ਤੁਹਾਡਾ ਕੋਈ ਅਪਰੂਵਡ ਜਿਹੜੀ ਮਸ਼ੀਨਰੀ ਆ ਉਹ ਲੈ ਲਓ। ਤੁਸੀਂ ਇਹ ਥੋੜ੍ਹਾ ਕਿ ਹਾਈ ਕੋਰਟ ਨੇ ਕਹਿਤਾ ਤੇ ਹਾਈ ਕੋਰਟ ਦੇ ਅਸੀਂ ਹੁਕਮ ਲਾਗੂ ਕਰਦੇ ਨੇ, ਬਾਕੀ ਹਾਈ ਕੋਰਟ ਦੇ ਸਾਰੇ ਹੁਕਮ ਸਰਕਾਰਾਂ ਲਾਗੂ ਕਰਦੀਆਂ ਨੇ, ਜਿੱਥੇ ਦਿਲ ਕਰਦਾ ਲਾਗੂ ਕਰ ਦਿੰਦੇ, ਜਿੱਥੇ ਨਹੀਂ ਦਿਲ ਕਰਦਾ। ਸੋ ਮੈਂ ਜ਼ਮੀਨਾਂ ਦੇ ਮੁਤਲਕ ਇਹ ਕਹਿਣਾ, ਤੇ ਜੇ ਸਰਕਾਰ ਹਲੇ ਵੀ ਨਹੀਂ ਸਮਝਦੀ ਤੇ ਫਿਰ ਸਾਨੂੰ ਵਿਰੋਧ ਕਰਨਾ ਪਵੇਗਾ। ਬਿਕੋਜ਼ ਆਈ ਪਰਸਨਲੀ ਫੀਲ ਕਿ ਆਪੋਜੀਸ਼ਨ ਇਜ਼ the role of the opposition is a ਚੌਕੀਦਾਰ। ਅਸੀਂ ਜੇ ਚੌਕੀਦਾਰ ਬਣ ਕੇ ਪਿੰਡ ਵਿੱਚ ਹੋਕਾ ਨਹੀਂ ਦੇਵਾਂਗੇ, ਰਾਤ ਨੂੰ ਸਾਰੇ ਚੋਰੀ ਕਰਕੇ ਲੈ ਜਾਣਗੇ। ਇਸ ਲਈ ਸਾਡਾ ਇੱਕ ਕਾਲ ਆ ਮੇਰੀ, ਮੈਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕਰੂੰ, ਸਾਰੇ ਮੁਹਾਲੀ ਬੈਠੇ ਨੇ ਆਏ ਹੋਏ, ਤੁਸੀਂ ਹੋਰ ਕੰਮ ਵਾਸਤੇ ਵੀ ਆਏ, ਆਓ ਆਪਾਂ ਰਲ ਕੇ ਇਹ ਵੀ ਕੰਮ ਕਰੀਏ। ਅਗਲੇ ਆਉਂਦੇ ਐਤਵਾਰ ਆ ਜਿਹੜਾ ਹੁਣ ਆ ਰਿਹਾ ਐਤਵਾਰ 22 ਤਾਰੀਖ ਨੂੰ, ਠੀਕ 11 ਵਜੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ, ਅਸੀਂ ਤੁਹਾਨੂੰ ਸਭ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ। ਇੱਦਾਂ ਜਿਹੜੇ ਵੀ ਲੋਕ ਲਤਾੜੇ ਹੋਏ ਨੇ, ਮਾਰੇ ਹੋਏ ਨੇ, ਜਿਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ, ਜਿਹੜੇ ਮਹਿਸੂਸ ਕਰਦੇ ਕਿ ਸਾਡੇ ਨਾਲ ਸਰਕਾਰ ਧੱਕਾ ਕਰ ਰਹੀ ਆ, ਮੇਰੀ ਅਪੀਲ ਹੈ ਕਿ ਜਿਹੜੇ ਛੋਟੇ ਦਰਮਿਆਨੇ ਮਾਰਜਨਲ ਫਾਰਮਰ, ਦਲਿਤਸ, ਲੈਂਡਲੈਸ, ਬੇਜ਼ਮੀਨੇ, ਸਾਰੇ ਗੁਰਦੁਆਰਾ ਅੰਬ ਸਾਹਿਬ ਪਹੁੰਚੋ। ਅਸੀਂ ਇੱਕ ਪੈਨਲ ਵਕੀਲਾਂ ਦਾ ਤਿਆਰ ਕੀਤਾ ਵਾ, ਉਸ ਪੈਨਲ ਦੇ ਰਾਹੀਂ ਅਸੀਂ ਇੱਕ ਉੱਥੇ ਫਾਰਮੈਟ ਵੀ ਤਿਆਰ ਕੀਤਾ, ਇੱਕ ਪਰਫਾਰਮਾ ਤੁਹਾਡੇ ਤੋਂ ਇੱਕ ਛੋਟਾ ਜਿਹਾ ਭਰਵਾਵਾਂਗੇ, ਆਪਣੇ ਆਪਣੇ ਰੈਵਨਿਊ ਰਿਕਾਰਡ ਲੈ ਕੇ ਆਉਣਾ। ਉੱਥੇ ਅਸੀਂ ਵਕੀਲਾਂ ਦੇ ਪੈਨਲ ਕੋ ਤੁਹਾਡੇ ਜਿਹੜੇ ਪਰਫਾਰਮੈਂਸ ਭਰਾਵਾਂਗੇ, ਲੋੜ ਪਈ ਸਰਕਾਰ ਤੱਕ ਪਹੁੰਚਾਵਾਂਗੇ, ਲੋੜ ਪਈ ਅਦਾਲਤ ਜਾਵਾਂਗੇ, ਲੋੜ ਪਈ ਪਬਲਿਕ ਇੰਟਰਸਟ ਕਰਾਂਗੇ, ਲੋੜ ਪਈ ਸੁਪਰੀਮ ਕੋਰਟ ਜਾਵਾਂਗੇ, ਤਾਂ ਕਿ ਇਹਨਾਂ ਗਰੀਬਾਂ ਦੀਆਂ ਜ਼ਮੀਨਾਂ ਨੂੰ ਬਚਾਇਆ ਜਾ ਸਕੇ। ਸੋ ਮੈਂ ਰਿਪੀਟ ਕਰ ਦਿੰਦਾ ਵਾਂ ਕਿ 22 ਮਈ ਐਤਵਾਰ ਵਾਲੇ ਦਿਨ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਠੀਕ 11 ਵਜੇ ਤੁਸੀਂ ਸਾਰੇ ਆਓ। ਜਿਹੜੇ ਲੋਕ ਸਮਝਦੇ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਆ, ਸੋ ਆਪਾਂ ਬੈਠ ਕੇ ਉੱਥੇ ਸਾਰਾ ਇੱਕ ਸਭਾ ਕਰਕੇ, ਔਰ ਜਿਹੜਾ ਪੰਜਾਬ ਸਰਕਾਰ ਨੂੰ ਉਹਨਾਂ ਦੇ ਫਰਜ਼ ਚੇਤੇ ਕਰਾਵਾਂਗੇ। ਔਰ ਮੈਂ ਲਾਅ ਮੇਕਰ ਵੀ ਹਾਂ, ਇੱਕ ਵਿਧਾਨਕਾਰ ਵੀ ਹਾਂ। ਮੈਂ ਤੁਹਾਡਾ ਪੱਖ ਜਿਹੜਾ ਪੰਜਾਬ ਦੀ ਆਗਾਮੀ ਜਿਹੜਾ ਬਜਟ ਇਜਲਾਸ ਆਵੇਗਾ, ਉਹ ਸਾਰੇ ਜਿਹੜੇ ਤੁਹਾਡੇ ਪੱਖ ਨੇ, ਮੈਨੂੰ ਹੋਰ ਜਾਣਕਾਰੀ ਮਿਲੇਗੀ, ਉਹ ਸਾਰੇ ਜਿਹੜੇ ਪੱਖ ਨੇ, ਜਿਹੜੇ ਤੱਥ ਨੇ, ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੁਹਾਡੇ ਰੱਖ ਕੇ ਤੇ ਸਾਰੇ ਛੋਟੇ ਦਰਮਿਆਨੇ ਮਾਰਜਨਲ ਲੈਂਡਲੈਸ ਫਾਰਮਰਸ ਦੀ ਮਦਦ ਕਰਨ ਦਾ ਮੈਂ ਉਪਰਾਲਾ ਕਰੂੰਗਾ। ਇਹ ਅੱਜ ਦਾ ਸਾਡਾ ਸੀ। ਮੈਂ ਇੱਕ ਪੋਸਟਰ ਜਾਰੀ ਕਰੂੰਗਾ, ਔਰ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਆਪਣੇ ਸੋਸ਼ਲ ਮੀਡੀਆ ਦੇ ਉੱਤੇ, WhatsApp ਗਰੁੱਪਾਂ ਦੇ ਵਿੱਚ, ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਸਾਰੇ ਉਸ ਪੋਸਟਰ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਤਾਂ ਕਿ ਜਿਨ੍ਹਾਂ ਨਾਲ ਜ਼ਿਆਦਤੀ ਹੋ ਰਹੀ ਆ ਉਹਨਾਂ ਸਭ ਤੱਕ ਆਵਾਜ਼ ਪਹੁੰਚ ਸਕੇ, ਤੇ ਉਹ ਉਸ 22 ਤਾਰੀਖ ਐਤਵਾਰ ਵਾਲੇ ਦਿਨ 11 ਵਜੇ ਮੁਹਾਲੀ ਅੰਬ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਸਕਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। 4 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋਈ ਅੰਮ੍ਰਿਤਸਰ ਦੇ ਵਿੱਚ, ਇੱਕ ਐਡਵੋਕੇਟ ਸਾਹਿਬ ਨੇ ਕੀਤੀ ਹੈ। ਉਹਨਾਂ ਕਿਹਾ ਜੀ ਕਿ ਜਿਹੜੇ ਪੰਚਾਇਤ ਮੰਤਰੀ ਨੇ ਉਹਨਾਂ ਨੇ 36 ਲੱਖ ਰੁਪਏ, ਮੈਂ ਸੁਣ ਲਈ, ਉਹ ਚੰਡੀਗੜ੍ਹ ਦੇ ਬਹੁਤ ਅੱਛੇ ਐਡਵੋਕੇਟ ਨੇ, ਸਤਬੀਰ ਵਾਲੀਆ। ਸਤਬੀਰ ਵਾਲ ਮੈਂ ਆ ਰਿਹਾ ਜੀ, ਉਹਨਾਂ ਨੇ ਜ਼ਮੀਨ ਜਿਹੜੀ ਮੈਂ ਦੱਸ ਰਿਹਾ ਜੀ, ਸਤਬੀਰ ਵਾਲੀਆ ਉਹ ਮੇਰੇ ਉਹ ਸਤਬੀਰ ਵਾਲੀਆ ਉਹੀ ਐਡਵੋਕੇਟ ਉੱਥੇ ਅੰਬ ਸਾਹਿਬ ਮੁਹਾਲੀ ਅਗਲੇ ਐਤਵਾਰ 22 ਤਰੀਕ ਨੂੰ ਹੋਣਗੇ। ਇਹ ਸਾਰੇ ਜਿਹੜੇ ਉਹਨਾਂ ਨੇ ਮੁੱਦਾ ਉਠਾਇਆ, ਉਹਨਾਂ ਨੇ ਐਲਫਾ ਬਿਲਡਰਸ ਨੂੰ, ਪੰਜਾਬ ਦੀ ਸਰਕਾਰ ਨੇ ਇੱਕ ਪਾਸੇ ਜ਼ਮੀਨਾਂ ਛਡਾਈਆਂ ਜਾ ਰਹੀਆਂ ਨੇ, ਇੱਕ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਬੜੀ ਅਮੀਰ ਕੰਪਨੀ ਹਾਊਸਿੰਗ ਪ੍ਰੋਜੈਕਟ ਨੂੰ 43 ਲੱਖ ਰੁਪਏ ਨੂੰ ਕਿੱਲਾ ਸਰਕਾਰ ਬਣਨ ਤੋਂ ਬਾਅਦ 36 ਲੱਖ ਰੁਪਏ ਨੂੰ ਕਿੱਲਾ। ਮਿਨਿਸਟਰ ਸਾਹਿਬ ਕਹਿੰਦੇ ਇਹਨਾਂ ਨੂੰ ਆਪਣੀ ਡੇਟ ਵੀ ਭੁੱਲ ਗਈ, ਜਿੱਦਾਂ ਇੰਨੇ ਘਬਰਾ ਗਏ ਸੀ ਇੱਕ ਦਿਨ ਕੈਮਰਿਆਂ ਤੇ ਸਹੁੰ ਜਿੱਦਣ ਚੱਕੀ ਆ ਭਗਵੰਤ ਮਾਨ ਨੇ, ਉਹ ਡੇਟ ਭੁੱਲ ਗਏ, ਆਪਣੀ ਵੀ ਸਹੁੰ ਵਿੱਚੇ ਭੁੱਲ ਗਏ, ਤੇ ਕਹਿੰਦੇ ਸਾਡੀ ਤਾਂ ਸਰਕਾਰ ਨਹੀਂ ਸੀ ਬਣੀ, ਸਰਕਾਰ ਬਣੀ ਹੋਈ ਸੀਗੀ। ਸਰਕਾਰ ਬਣਨ ਤੋਂ ਬਾਅਦ 36 ਲੱਖ ਰੁਪਏ ਨੂੰ, ਜਿਸ ਜ਼ਮੀਨ ਦੀ ਕੀਮਤ ਆਲਮੋਸਟ 5 ਕਰੋੜ ਰੁਪਈਆ, ਪੰਚਾਇਤ ਆਫੀਸਰ ਨੇ ਉਹ ਆ ਗਿਆ ਪੱਖ 'ਚ, ਮੈਂ ਦੱਸਦਾ। ਖੈਰਾ ਸਾਹਿਬ
ਬੜਾ ਰੈਟਰੋਗ੍ਰੇਡ ਸ਼ਬਦ ਵਰਤਿਆ, ਬਹੁਤ ਰੈਟਰੋਗ੍ਰੇਡ, ਖਰਚਾ ਤੇ ਪਰਚਾ। ਇਹ ਕੰਮ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ। ਮਤਲਬ ਤੁਸੀਂ ਡਰਾ ਰਹੇ ਹੋ ਲੋਕਾਂ ਨੂੰ ਕਿ ਖਰਚਾ ਤੇ ਪਰਚਾ। ਵਾਟ ਅ ਫਿਊਟਾਈਲ ਸਟੇਟਮੈਂਟ, ਵਾਟ ਅ ਬੈਡ ਸਟੇਟਮੈਂਟ। ਜਿਸ ਨੇ ਵੀ ਇਹ ਘੜਿਆ ਫਰੇਜ਼, ਇਹ ਦਿੱਲੀ ਵਾਲਿਆਂ ਨੇ ਘੜਿਆ ਹੋਣਾ, ਸਾਡੇ ਵਾਲਿਆਂ ਦਾ ਤਾਂ ਕੰਮ ਨਹੀਂ ਹੋ ਸਕਦਾ। ਇਹ ਤਾਂ ਫਿਰ ਵੀ ਪੰਜਾਬ ਨਾਲ ਪਿਆਰ ਕਰਦੇ ਨੇ। ਖਰਚਾ ਔਰ ਪਰਚਾ ਇਹ ਬਿਲਕੁਲ ਨਹੀਂ ਹੋਣ ਦਿਆਂਗੇ, ਕੋਈ ਪਰਚਾ ਪੁਰਚਾ ਨਹੀਂ ਹੋਣ ਦਿਆਂਗੇ। ਬਿਲਕੁਲ ਜਿੰਨਾ ਮਰਜ਼ੀ ਇਹ ਢਿੱਲ ਲਾਉਣ, ਜ਼ਮੀਨ ਬਚਾਵਾਂਗੇ, ਗਰੀਬਾਂ ਦੀ ਬਚਾਵਾਂਗੇ ਔਰ ਛੋਟੇ ਕਿਸਾਨ ਦੀ ਜ਼ਰੂਰ ਬਚਾਵਾਂਗੇ। ਬਿਲਕੁਲ ਨਹੀਂ। ਤੇ ਸਮ ਇਸ਼ੂਜ਼ ਆਰ ਟੂ ਬੀ ਡਿਲਡ ਵਿਦ ਬਿਯੋਂਡ ਪਾਰਟੀ ਲਾਈਨਸ। ਕਿਉਂਕਿ ਮੈਂ ਜੇ ਕਾਂਗਰਸ ਦੀ ਗੱਲ ਫਿਰ ਤਾਂ ਮੈਂ ਸਿਰਫ ਕਾਂਗਰਸ ਦੇ ਸਰਪੰਚ ਹੀ ਬੁਲਾ ਸਕਦਾ ਵਾਂ। ਮੈਂ ਅਕਾਲੀਆਂ ਨੂੰ ਵੀ ਬੁਲਾਉਣਾ ਚਾਹੁੰਦਾ ਵਾਂ। ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਲਤਾੜੇ ਮਾਰੇ ਸਰਪੰਚ ਨੇ ਉਹਨਾਂ ਨੂੰ ਵੀ ਬੁਲਾਉਣਾ ਚਾਹੁੰਦਾ ਵਾਂ। ਮੈਂ ਕਾਂਗਰਸ ਦੇ ਜਿਹੜੇ ਪੰਚਾਇਤਾਂ ਉਹਨਾਂ ਨੂੰ ਵੀ ਖੁੱਲ੍ਹਾ this is nothing to do with the partisan politics. This is a role of a whistleblower which I decided after due diligence with lots of legal minds ਔਰ ਉਹਨਾਂ ਨਾਲ ਕਰਕੇ ਸੀ ਬਣਾਇਆ। ਬਿਲਡਰ ਜ਼ਮੀਨ ਦਿੱਤੀ ਗਈ ਹੈ, ਕਿੰਨਾ ਨੁਕਸਾਨ ਹੋਇਆ ਪੰਜਾਬ ਗਵਰਨਮੈਂਟ ਦਾ? ਉਹਦਾ ਕਰੋੜਾਂ ਰੁਪਏ ਦਾ ਨੁਕਸਾਨ ਹੈ ਜੀ। ਹਾਂਜੀ, ਪੰਚਾਇਤੀ ਜ਼ਮੀਨਾਂ ਜਿਹੜੀਆਂ ਲੱਗੀਆਂ ਹੋਈਆਂ ਜਾਂ ਪਿਛਲੇ ਸਾਲਾਂ ਤੋਂ ਉਹ ਰੈਂਟ ਵੀ ਦਿੱਤੀਆਂ ਜਾਂਦੀਆਂ, ਰੈਂਟ ਨਹੀਂ ਦਿੱਤਾ ਤੇ ਕਬਜ਼ੇ ਹੋ ਗਏ ਆ। ਤੁਹਾਨੂੰ ਨਹੀਂ ਲੱਗਦਾ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ 3 ਤੋਂ 5 ਕਿੱਲੇ ਜਿਹੜੇ ਆ ਉਹ ਛੱਡ ਦੇਣੇ ਚਾਹੀਦੇ ਆ, ਇਹਦੇ ਨਾਲ ਪੰਚਾਇਤ ਦਾ ਰੈਵਨਿਊ ਵਧਣਾ ਹੈ ਜੇ ਤੁਸੀਂ ਉਹ ਠੇਕੇ ਦੇ ਦੇਣੇ ਪੜੇ? ਜੇ ਆਪਾਂ ਉਹਨਾਂ ਨੂੰ ਕੀਮਤ ਪਾ ਕੇ ਗਰੀਬਾਂ ਨੂੰ ਉਹਦੇ ਮਾਲਕ ਬਣਾਵਾਂਗੇ ਤਾਂ ਵੀ ਰੈਵਨਿਊ ਵਧੇਗਾ ਪੰਚਾਇਤ ਦਾ। ਉਹ ਪੈਸਾ ਪੰਚਾਇਤ ਕੋਲ ਜਾਵੇਗਾ। ਵਨ ਟਾਈਮ ਹੋ ਗਿਆ ਨਾ ਉਹਦਾ। ਹਾਂ, ਤੇ ਜਦੋਂ ਕੋਈ ਦੇ ਹੀ ਨਹੀਂ ਰਿਹਾ, ਜਿਹੜੇ ਇਹ ਲੋਕ ਬੈਠੇ ਨੇ ਪਿਛਲੇ 70 ਸਾਲ ਦੀ, ਜਿਹੜੇ ਮੈਂ ਗੁਰਦੌਰੀਆਂ ਕਹਿ ਰਿਹਾ, ਬਹੁਤ ਸਾਰੇ ਪੰਜਾਬ ਦੇ ਵਿੱਚ ਗਰੀਬ ਕਾਸ਼ਤਕਾਰ ਨੇ ਜਿਹੜਾ ਨੇ ਪੰਚਾਇਤ ਨੂੰ ਕੋਈ ਪੈਸਾ ਨਹੀਂ ਦਿੱਤਾ ਕਦੀ। ਇਹਦੇ ਨਾਲ ਬੈਟਰ ਹੈ ਕਿ ਤੁਸੀਂ ਉਹਨਾਂ ਨੂੰ ਮਾਲਕ ਵੀ ਬਣਾ ਦਿਓ, ਰੋਟੀ ਖਾਂਦੇ ਵੀ ਰਹਿ ਜਾਣ ਤੇ ਪੰਚਾਇਤ ਨੂੰ ਵੀ ਆਮਦਨ ਹੋਵੇ। ਨੰਬਰ ਆਫ ਪੀਪਲ ਕਿੰਨੇ ਨੇ ਜੀ? ਇਹ ਵਾਪਸ ਤੇ ਉਹ ਕਹਿ ਰਹੀ ਵੀ ਤੁਸੀਂ ਜਦੋਂ ਬੋਲੀ ਲੱਗਣੀ ਉਹਦੀ ਬਕਾਇਦਾ ਤੌਰ ਤੇ ਉੱਪਰ ਵੀਡੀਓਗ੍ਰਾਫੀ ਹੋਵੇਗੀ, ਜਿਹਨੇ ਬੋਲੀ ਲਗਾਈ ਹੈ ਸਾਰਾ ਬੋਲੀ ਦਾ ਵੀ ਆ ਗਿਆ ਜੀ। ਰੱਤਾ ਖੇੜਾ ਪਿੰਡ ਮੈਂ ਜਿਹੜਾ ਕਰ ਰਿਹਾ ਸੀਗਾ, ਰੱਤਾ ਖੇੜਾ ਪਿੰਡ ਹੈ ਇੱਕ ਤਰਨਤਾਰਨ ਬਲਟੋਹੇ ਦੇ ਵਿੱਚ। ਮੇਰੇ ਪੇਜ ਤੇ ਜਾ ਕੇ ਵੀਡੀਓ ਸ਼ੇਅਰ ਕਰਕੇ ਦੇਖ ਲਓ। ਜਿਹੜੇ ਕਿਸਾਨਾਂ ਨੇ 7 ਲੱਖ ਰੁਪਇਆ ਬੋਲੀ ਲਾਈ, ਮੈਂ ਗਲਤ ਨਹੀਂ ਕਹਿ ਰਿਹਾ, ਸਾਰਾ ਕੁਝ ਔਨ ਰਿਕਾਰਡ ਆ। 7 ਲੱਖ ਰੁਪਇਆ ਕੈਸ਼ ਰੱਖ ਕੇ ਬੈਠੇ ਨੇ, ਉਹਨਾਂ ਦੀ ਬੋਲੀ ਨਹੀਂ ਲਈ। ਤੇ ਜਿਨ੍ਹਾਂ ਨੇ ਪੈਸਾ ਆਫਰ ਹੀ ਨਹੀਂ ਕੀਤਾ ਉਹਨਾਂ ਨੂੰ ਬੋਲੀ ਦੇ ਦਿੱਤੀ ਔਰ ਹਲੇ ਪੈਸਾ ਜਮ੍ਹਾਂ ਵੀ ਨਹੀਂ ਕਰਾਇਆ, ਉਹਨਾਂ ਨੇ ਜ਼ਮੀਨ ਵਾਹ ਵੀ ਲਈ। ਕਿਹੜੇ ਵੀਡੀਓਜ਼ ਦੀ ਗੱਲ ਕਰਦੇ ਹੋ ਤੁਸੀਂ? ਕਿਹੜੇ ਡਿਪਾਰਟਮੈਂਟ ਦੀ ਗੱਲ ਕਰਦੇ ਹੋ? ਇਟ ਇਜ਼ ਜਸਟ impossible ਟੂ ਹੈਵ ਐਕਚੁਅਲ ਫੇਅਰਨੈਸ ਵਰਕਿੰਗ ਇਨ ਪੰਜਾਬ। ਮੈਂ ਤੁਹਾਨੂੰ ਆਪਣਾ ਉਦੋਂ ਵੀ ਕਿਹਾ ਸੀ, ਮੈਂ ਫਿਰ ਰਿਪੀਟ ਕਰ ਦਿੰਦਾ। ਮੇਰੇ ਇਲਾਕੇ ਦਾ ਉਹ ਜਦੋਂ ਤੁਹਾਨੂੰ ਯਾਦ ਹੈ ਪੰਚ ਲੈ ਕੇ ਆਇਆ ਸੀਗਾ ਮੈਂ, 6 ਪੰਚ ਰਾਪੁਰ ਰਹੀਆਂ, ਉਹਦੀ ਇੱਕ ਅਧਿਕਾਰਤ ਪੰਚ ਦੀ ਚੋਣ ਨਹੀਂ ਹੋਣ ਦਿੱਤੀ ਸਰਕਾਰ ਨੇ। 2 ਵਾਰੀ ਵੀਡੀਓ ਭਜਾਤਾ। ਹਾਈ ਕੋਰਟ ਜਾ ਕੇ ਲੈ ਕੇ ਆਏ ਆਰਡਰ। ਅਸੀਂ ਦੱਸੋ ਹਾਈ ਕੋਰਟ ਵਿੱਚ ਕਿੰਨੇ ਹਜ਼ਾਰਾਂ ਰੁਪਏ ਦੀ ਫੀਸ ਦਿੱਤੀ ਹੋਊਗੀ, ਕਿੰਨੇ ਪੈਸੇ ਖਰਚ ਹੋਏ ਹੋਣਗੇ ਉਹਨਾਂ ਪੰਚਾਂ ਦੇ। ਹੁਣ ਅਸੀਂ ਅਗਲੇ ਸੋਮਵਾਰ ਵਾਸਤੇ ਡੇਟ ਫਿਕਸ ਕਰਾਈ ਆ। ਤੇ ਇਹ ਤੁਹਾਡਾ ਕੀ ਖਿਆਲ ਹੈ, ਵੀਡੀਓਜ਼ ਇੰਡੀਪੈਂਡੈਂਟਲੀ ਫੰਕਸ਼ਨ ਕਰ ਸਕਦੇ ਨੇ? ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਸੀਐਮ ਤੋਂ ਉਹਨਾਂ ਨੇ 1000 ਏਕੜ ਜ਼ਮੀਨ ਲੈ ਕੇ ਪੰਜਾਬ ਦੀ ਪੰਚਾਇਤੀ ਜ਼ਮੀਨਾਂ ਦੀ ਇੰਡਸਟਰੀ ਲਗਾਉਣ ਦਾ ਕੀਤਾ ਸੀ। ਰਾਜਪੁਰਾ ਸ਼ਹਿਰ ਦੇ ਕੋਈ 100 ਏਕੜ ਜ਼ਮੀਨ ਐਕਵਾਇਰੀ ਤੇ ਹੋਈ ਹੈ। ਉਹਨੇ ਕਿਹਾ ਸੀ ਬਾਕੀ ਵੀ ਪੰਚਾਇਤੀ ਜ਼ਮੀਨਾਂ ਦੇ ਲਵਾਂਗੇ ਤੇ ਪਿੰਡ ਦੀ ਪੰਚਾਇਤ ਨੂੰ ਉੱਥੇ ਰੋਜ਼ਗਾਰ ਲਾ ਸਕਦੀ ਨਹੀਂ, ਦੇਖੋ ਗੱਲ ਹੈ ਪੰਚਾਇਤੀ ਜ਼ਮੀਨਾਂ ਜੇ ਛਡਾਊਗੀ ਸਰਕਾਰ ਤੇ ਉੱਥੇ ਰੋਜ਼ਗਾਰ ਲਾ ਸਕਦੀ ਹੈ ਜਾਂ ਸਮਾਜ ਪੰਚਾਇਤਾਂ ਦੀ ਜ਼ਮੀਨ ਦੀ ਜਿਹੜੀ ਯੂਟਿਲਾਈਜੇਸ਼ਨ ਆ ਉਹ ਲਿਖਿਆ ਹੋਇਆ, ਜਿਹੜਾ ਵਿਲੇਜ ਕਾਮਨ ਲੈਂਡ ਐਕਟ ਹੈਗਾ 1961, ਉਹਦੇ ਚ ਕਿਹੜੇ ਪਰਪਸ ਲਈ ਯੂਟਿਲਾਈਜ਼ ਕੀਤੀ ਜਾ ਸਕਦੀ ਆ। ਇੰਡਸਟਰੀ ਲਾ ਸਕਦੇ ਆ, ਪਰ ਉਹਦੀ ਆਮਦਨ ਜਿਹੜੀ ਪੰਚਾਇਤਾਂ ਨੂੰ ਜਾਣੀ ਚਾਹੀਦੀ। ਬਹੁਤ ਪੰਚਾਇਤਾਂ ਨੂੰ ਪੈਸੇ ਨਹੀਂ ਦਿੰਦਾ ਕੋਈ ਵੀ, ਮੁੜ ਕੇ ਡਿਪਾਰਟਮੈਂਟ ਲੈ ਜਾਂਦਾ ਵਾ। ਤੁਹਾਨੂੰ ਸ਼ਾਇਦ ਤੁਸੀਂ ਬਰੀਕੀ ਨਾਲ ਜਾ ਕੇ ਦੇਖਿਓ, ਜਿਹੜੀਆਂ ਪੰਚਾਇਤਾਂ ਦੇ ਕੋਲ ਸਰਕਾਰੀ ਜ਼ਮੀਨਾਂ ਨੇ ਨਾ, ਉਹਦੇ ਚੋਂ ਕਾਫੀ ਵੱਡਾ ਕੱਟ ਲੱਗਦਾ ਵਾ, ਕਿਉਂਕਿ ਰੂਰਲ ਡਿਵੈਲਪਮੈਂਟ ਆਪਣੇ ਅਫਸਰਾਂ ਨੂੰ ਤਨਖਾਹ ਨਹੀਂ ਦਿੰਦੀ, ਉਹਦੇ ਚੋਂ ਪੈਸੇ ਲੈਂਦੇ ਨੇ ਤਨਖਾਹਾਂ ਵਾਸਤੇ। ਹੁਣ ਦਿਸ ਇਜ਼ ਆਲਸੋ ਅਨਫੇਅਰ। ਇੱਕ ਪਿੰਡ ਦੀ ਫਰਜ਼ ਕਰੋ ਲੈਟਸ ਸੇ 5 ਲੱਖ ਰੁਪਏ ਆਮਦਨ ਆ, ਉਹ ਚੋਂ 2 ਲੱਖ ਰੁਪਏ ਦਾ 2.5 ਲੱਖ ਸਰਕਾਰ ਲੈ ਜਾਂਦੀ ਤਨਖਾਹ ਦੇਣ ਵਾਸਤੇ। ਸੋ ਮੈਂ ਨਹੀਂ ਕਿਸੇ ਗੱਲ ਦੇ ਖਿਲਾਫ, ਮੈਂ ਚਾਹੁੰਦਾ ਕਿ ਟਰਾਂਸਪੇਰੈਂਟ ਵਰਕਿੰਗ ਹੋਵੇ, ਪਰ ਪੰਜਾਬ ਹਲੇ ਉਸ ਪੈਮਾਨੇ ਤੇ ਪਹੁੰਚਿਆ ਨਹੀਂਗਾ। ਸੋ ਮੇਰਾ ਤਾਂ ਸਿਰਫ ਇਹ ਕਹਿਣਾ ਵਾ ਕਿ ਠੀਕ ਆ, ਆਮਦਨ ਇੱਕ ਪੱਖ ਹੈਗਾ ਵਾ, ਇਨਸਾਨੀਅਤ ਵੀ ਪੱਖ ਹੈ ਇੱਕ ਨਾਲ ਦੀ ਨਾਲ। ਭੁੱਖੇ ਥੋੜੋ ਮਾਰਦੇ ਨੇ ਲੋਕ, ਜਿਨ੍ਹਾਂ ਦੇ ਕੋਲ ਕਿੱਲਾ 2 ਕਿੱਲੇ ਜ਼ਮੀਨ ਆ, ਭੁੱਖੇ ਥੋੜੋ ਮਾਰਦੇ ਨੇ। ਅਗਰ ਅਸੀਂ ਲਾਅ ਬਣਾ ਕੇ ਲੈਜਿਟਿਮੇਟਲੀ ਉਹਨਾਂ ਨੂੰ ਮਾਲਕ ਬਣਾ ਦੇਾਂਗੇ ਤੇ ਸਰਕਾਰ ਨੂੰ ਉਹਦੀ ਆਮਦਨ ਵੀ ਹੋਵੇਗੀ। ਕਿੱਲਾ 2 ਕਿਲੋ ਵਾਲੇ ਬੰਦੇ ਨੇ ਕਿੰਨੇ ਬੰਦੇ ਨੇ, ਕਿੰਨੇ ਨੰਬਰ ਆਫ ਪੀਪਲ ਕਿੰਨੇ ਨੇ? ਇਹ ਤਾਂ ਮੇਰਾ ਖਿਆਲ ਆ ਲੱਖਾਂ 'ਚ ਹੋਣਗੇ ਜੀ ਲੋਕ, ਸੈਂਕੜਿਆਂ 'ਚ ਨਹੀਂ ਹੋਣਗੇ। ਲੱਖਾਂ ਦੇ ਵਿੱਚ, ਹਜ਼ਾਰਾਂ ਦੇ ਵਿੱਚ ਨਹੀਂ, ਲੱਖਾਂ ਦੇ ਵਿੱਚ ਲੋਕ। 1000 ਏਕੜ ਦੇ ਕਰੀਬ ਜਿਹੜੀ ਹੈ ਜ਼ਮੀਨ ਪੰਚਾਇਤੀ ਕਬਜ਼ਾ ਛੁਡਾਇਆ, ਉਹ ਹੁਣ ਜੇ ਸਰਕਾਰ ਉਹਨੂੰ ਆਪਣੀ ਬੋਲੀ ਲਗਾ ਕੇ ਜਾਂ ਪੰਚਾਇਤ ਨੂੰ ਦੇਵੇ, ਉਹਦੇ ਉੱਪਰ ਤੁਹਾਨੂੰ ਰੈਵਨਿਊ ਨਿਕਲੇਗਾ ਪੰਚਾਇਤਾਂ ਦਾ 1000 ਏਕੜ। ਤੁਸੀਂ ਸਮਝ ਨਹੀਂ ਰਹੇ, ਕੱਲੀ ਰੈਵਨਿਊ ਲੈਣੀ ਕਿ ਲੋਕਾਂ ਦਾ ਵੀ ਦੇਖਣਾ ਢਿੱਡ। ਜਿਹੜੇ ਗਰੀਬ ਜਨਤਾ ਨੇ ਪਹਿਲਾਂ ਵੀ ਆਰ ਅ ਵੈਲਫੇਅਰ ਸਟੇਟ, ਆਪਾਂ ਵੈਲਫੇਅਰ ਸਟੇਟ ਆ।
ਆਪਾਂ ਵੈਲਫੇਅਰ ਸਟੇਟ ਦੇ ਹੁੰਦਿਆਂ ਸਿਰਫ ਆਮਦਨ ਨਹੀਂ ਦੇਖਣੀ, ਫਿਰ ਤਾਂ ਸਰਕਾਰ ਵਪਾਰੀ ਬਣ ਜੇ, ਸਰਕਾਰ ਸਾਰਾ ਆਪਣਾ ਪੈਸਾ ਕੱਢ ਕੇ ਪੰਜਾਬ ਸਰਕਾਰ ਤੇ ਸਟਾਕ ਐਕਸਚੇਂਜ ਲਾ ਦੇਵੇ। ਇਟ ਇਜ਼ ਨਾਟ ਆਵਰ ਵਰਕ, ਆਵਰ ਵਰਕ ਇਜ਼ ਟੂ ਫॉर द ਵੈਲਫੇਅਰ ਆਫ ਦ ਪੀਪਲ। ਔਰ ਤੁਸੀਂ ਕਾਨੂੰਨ ਨੂੰ ਸਾਈਡ ਕਰਦੇ, ਮੈਂ ਤੁਹਾਨੂੰ ਕਾਨੂੰਨ ਸਾਈਡ ਕਰਤਾ। ਪੰਜਾਬ ਸਰਕਾਰ ਜੇ ਆਪਣੀ ਜ਼ਮੀਨ ਦੇ ਸਕਦੀ ਆ ਕੀਮਤ ਪਾ ਕੇ, ਤੇ ਪੰਚਾਇਤ ਦੀ ਜ਼ਮੀਨ ਵੀ ਦਿੱਤੀ ਜਾ ਸਕਦੀ ਹੈਗੀ, ਉਹਦੇ ਵਿੱਚ ਵੀ ਤਾਂ ਆਮਦਨ ਹੋਊਗੀ ਨਾ, ਭਾਵੇਂ ਵਨ ਟਾਈਮ ਹੋਊਗੀ, ਪੈਸੇ ਆਉਣਗੇ ਨਾ ਸਰਕਾਰ ਦੇ ਕੋਲ, ਪੰਚਾਇਤ ਦੇ ਕੋਲ, ਪਿੰਡ ਦੇ ਕੋਲ। ਵੈਸੇ ਵੀ ਤੁਹਾਨੂੰ ਦੱਸਣਾ, ਬਹੁਤ ਅਰਸੇ ਤੋਂ ਬਹੁਤ ਲੋਕ ਕੋਈ ਬੋਲੀ ਬਾਲੀ ਦਿੰਦੇ ਹੀ ਨਹੀਂ ਸੀਗੇ, ਉਹਦੇ ਨਾਲੋਂ ਤਾਂ ਜ਼ਿਆਦਾ ਚੰਗਾ ਹੋਊਗਾ ਨਾ। ਹੁਣ ਤੁਸੀਂ ਸਰਕਾਰ ਨੇ ਕਿਹਾ ਕਿ ਕਿੰਨੇ 1200 ਏਕੜ ਜ਼ਮੀਨ ਛਡਾਈ ਹੈ, ਹੁਣ ਐ ਕਰੋ ਮੈਨੂੰ 6 ਲੱਖ ਏਕੜ ਛਡਾਉਣ ਨੂੰ ਕਿੰਨੀ ਦੇਰ ਲੱਗੂ ਧਾਲੀਵਾਲ ਨੂੰ, ਦੱਸੋ ਕੈਲਕੂਲੇਟ ਕਰਕੇ। ਇੱਕ ਮਹੀਨੇ 'ਚ 1200 ਤੇ 6 ਲੱਖ ਏਕੜ ਨੂੰ ਦੱਸੋ ਕਿੰਨੀ ਦੇਰ ਲੱਗੂ। ਇਜ਼ ਦੈਟ ਦ ਬੈਟਰ ਵੇ ਔਰ ਮੇਕਿੰਗ ਅ ਗੁੱਡ ਪਾਲਿਸੀ? Is that a better way? ਜਿਹੜੇ ਧਨਾੜ ਪੋਲੀਟੀਸ਼ੀਅਨ ਨੇ ਜਾਂ ਆਫੀਸਰ ਨੇ, ਉਹਨਾਂ ਨੇ ਜ਼ਮੀਨ ਅਰਬਾਂ ਰੁਪਏ ਦੀ ਜ਼ਮੀਨ ਦੱਬੀ ਹੋਈ ਹੈ ਮੁਹੱਲੀ ਦੇ ਵਿੱਚ, ਪੋਸ਼ ਏਰੀਏ ਦੇ ਵਿੱਚ, ਉਹਨਾਂ ਵਾਸਤੇ ਉਹਨਾਂ ਨੂੰ ਜ਼ਮੀਨ ਕਿਸ ਤਰ੍ਹਾਂ ਛੁਡਾਈ ਜਾ ਸਕਦੀ? ਉਹਦੇ ਵਾਸਤੇ ਕੀ ਤੁਸੀਂ, ਤੁਹਾਡੇ ਕੋਲ ਕੀ? ਮੈਂ ਤਾਂ ਕਹਿ ਰਿਹਾ ਵਾਂ ਕਿ ਪਹਿਲਾਂ ਉਹਨਾਂ ਤੋਂ ਛਡਾਓ। ਜਿਹੜੀ 50,000 ਏਕੜ ਮੁਹਾਲੀ ਜ਼ਿਲ੍ਹੇ ਦੇ ਵਿੱਚ ਆ, ਉਹ ਐਜ਼ ਅ ਮਾਡਲ, ਐਜ਼ ਅ ਸੈਂਪਲ ਛਡਾ ਕੇ ਦਿਖਾਓ। ਉਹਦੇ ਚੋਂ 90% 50,000 ਕਿੱਲੇ ਚੋਂ ਵੱਡੇ ਬੰਦਿਆਂ ਦੇ ਕੋਲ ਆ, 90% ਜ਼ਮੀਨ ਉਹ ਛਡਾਓ। ਤੁਹਾਡਾ ਜ਼ਿਆਦਾ ਨਹੀਂ ਤਾਂ ਮੇਰੇ ਹਿਸਾਬ ਨਾਲ ਲੱਖ ਕਰੋੜ ਰੁਪਏ ਦਾ ਕਰਜ਼ਾ ਇਕੱਲੇ ਮੁਹਾਲੀ ਜ਼ਿਲ੍ਹੇ ਚੋਂ ਲੱਥ ਸਕਦਾ। ਧਾਲੀਵਾਲ ਸਾਹਿਬ ਕਹਿੰਦੇ ਜੇ ਮੈਂ ਕਾਂਗਰਸ ਬੋਲੀ ਤਾਂ ਕਾਂਗਰਸ ਸਭ ਤੋਂ ਵੱਧ। ਮੈਂ ਤਾਂ ਕਹਿੰਦਾ ਕਾਂਗਰਸ ਤੋਂ ਪਹਿਲਾਂ ਛਡਾਓ ਯਾਰ, ਲਓ ਮੈਨੂੰ ਨਾਲ ਲੈ ਕੇ ਚੱਲੇ ਉਹ। ਹੁਣ ਕਿਹਾ ਚੱਲ ਮੈਂ ਤੇਰੇ ਨਾਲ ਚੱਲਦਾ ਵਾਂ, ਅਕਾਲੀਆਂ ਕੋ ਚੱਲੋ, ਇਹਨੂੰ ਕਹੇ ਜਿਹੜੇ ਤੇਰੇ ਆਮ ਆਦਮੀ ਵਾਲੇ ਨਵੇਂ ਬਣੇ ਨੇ ਉਹਨਾਂ ਕੋ ਵੀ ਚੱਲੇਗਾ। ਕੁਲਵੰਤ ਸਿੰਘ ਜਨਤਾ ਲੈਂਡ ਪ੍ਰਮੋਟਰ ਜਿਹੜਾ ਮੁਹਾਲੀ ਤੋਂ ਐਮਐਲਏ ਬਣਿਆ, ਉਹ ਛੋਟੇ ਬੰਦੇ ਯਾਰ ਇਹਨਾਂ ਦੇ ਕੋਲ। ਇਹ ਤਾਂ ਤੁਸੀਂ ਭੁਲੇਖਾ ਪੈ ਰਿਹਾ ਤੁਹਾਨੂੰ, ਬਹੁਤ ਵੱਡੇ ਵੱਡੇ ਬੰਦੇ ਇਹਨਾਂ ਦੇ ਕੋਲ ਹੈ। ਜਿਹੜੇ ਤੁਸੀਂ ਇਹ ਸੰਡੇ ਨੂੰ ਪ੍ਰੋਗਰਾਮ ਕਰ ਰਹੇ ਹੋ, ਤੁਸੀਂ ਕਿਹਾ ਹੁਣੇ ਅਕਾਲੀਆਂ ਨੂੰ ਵੀ ਨੌਤਾ ਦੇ ਰਹੇ ਆ, ਦੂਜੀਆਂ ਦੂਜੀਆਂ ਪਾਰਟੀਆਂ ਨੂੰ ਵੀ ਬੁਲਾ ਰਹੇ ਆ, ਤੇ ਇਹ ਤੁਹਾਨੂੰ ਨਹੀਂ ਲੱਗਦਾ ਆਮ ਆਦਮੀ ਪਾਰਟੀ ਤੋਂ ਪਹਿਲੇ ਕਰ ਸਕਦੇ ਸੀ? ਕਿੱਦਾਂ, ਮੈਂ ਸਮਝਿਆ ਨਹੀਂ ਸਰ, ਜਿਹੜਾ ਤੁਸੀਂ ਨਿਊਤਾ ਪ੍ਰੋਗਰਾਮ ਕਰ ਰਹੇ ਹੋ ਸੰਡੇ ਨੂੰ ਮੋਹਾਲੀ ਦੇ ਹਾਂ, ਹਾਂ। ਚੰਡੀਗੜ੍ਹ ਦੇ ਵਿੱਚ, ਤੇ ਉੱਥੇ ਤੁਸੀਂ ਕਹਿ ਰਹੇ ਮੈਂ ਅਕਾਲੀਆਂ ਨੂੰ ਵੀ ਸੱਦਾ ਦੇ ਰਿਹਾ, ਦੂਜੀਆਂ ਦੂਜੀਆਂ ਪਾਰਟੀਆਂ ਨੂੰ ਵੀ ਸੱਦਾ ਦੇ ਰਿਹਾ, ਤੇ ਇਹ ਆਮ ਆਦਮੀ ਪਾਰਟੀ ਦਾ ਡਰ ਹੈ ਜਾਂ ਉਹ ਤੋਂ ਪਹਿਲੇ ਵੀ ਕਰ ਸਕਦੇ ਸੀ? ਕਿਹਦਾ ਡਰ ਹੈ ਜੀ ਮੈਨੂੰ? ਜਾਂ ਇਸ਼ੂ ਹੀ ਹੁਣ ਉੱਠਿਆ ਪੰਚਾਇਤ ਦੀਆਂ ਜ਼ਮੀਨਾਂ, ਲੋਕਾਂ 'ਚ ਹਾਹਾਕਾਰ ਹੀ ਹੁਣ ਮੱਚੀ ਆ। ਮੈਂ ਪਹਿਲਾਂ ਹੀ ਸੋਚ ਕੇ ਕਹਿ ਦਿੰਦਾ ਕਿ ਆਜੋ ਉੱਥੇ, ਜਦ ਕਿਸੇ ਨੇ ਰੌਲਾ ਹੀ ਨਹੀਂ ਸੀ ਪਾਇਆ। ਪਹਿਲੇ ਤਾਂ ਤੁਹਾਡੀ ਸਰਕਾਰ ਸੀ, ਰੌਲਾ ਪਿਆ ਕੋਈ? ਸ਼ੋਰ ਤਾਂ ਹੁਣ ਮਚ ਰਿਹਾ ਨਾ ਜਦੋਂ ਤੁਸੀਂ ਜਾ ਕੇ ਜ਼ਮੀਨਾਂ ਛਡਾ ਰਹੇ ਹੋ। ਮੈਨੂੰ ਤਾਂ ਝਲੇੜੀ ਕਲਾਂ ਪਿੰਡ ਵਾਲਿਆਂ ਨੂੰ ਸੁਣਨ ਵਾਲੀ ਗੱਲ ਹੈ। ਇੱਕ ਮਿੰਟ ਲਾਸਟ ਕਹਿ ਕੇ ਮੈਂ ਬੰਦ ਕਰਨ ਲੱਗਿਆ। ਲੁੱਕ ਐਟ ਦ ਫੇਅਰ ਸਾਈਕੋਸਿਸ। ਜਦੋਂ ਪਿੰਡ ਵਿੱਚ ਜਾ ਰਹੇ ਨੇ ਨਾ ਮਿਨਿਸਟਰ, ਨਾਲ 300-400 ਪੁਲਿਸ ਵਾਲਾ ਜਾਂਦਾ, ਸਾਰੇ ਪਿੰਡ ਨੂੰ ਬੰਦ ਕਰ ਦਿੰਦੇ ਅੰਦਰ, ਤੇ ਪੁਲਿਸ ਤੇ ਡੀਡੀਪੀਓ ਜਾ ਕੇ ਮੌਕੇ ਦੇ ਉੱਤੇ ਦਖਲ ਲੈ ਕੇ ਕਹਿੰਦੇ ਟਰੈਕਟਰਾਂ ਨਾਲ ਪੈਲੀ ਵਾਹ ਦਿਓ। ਇਹ ਕੋਈ ਯਾਰ ਆਹ ਤਰੀਕਾ ਥੋੜ੍ਹਾ ਹੈਗਾ ਵਾ। ਸਾਰਾ ਪਿੰਡ ਚ ਲੇਡੀ ਕਲਾਂ ਦੀ ਵੀਡੀਓ ਦੇਖੀ, ਇੰਟਰਵਿਊ ਆਈ ਆ, ਸਾਰੇ ਕਿਸਾਨਾਂ ਨੂੰ ਟੈਰਰਾਈਜ਼ ਕਰਕੇ ਅੰਦਰ ਬੰਦ ਕਰ ਦਿੱਤਾ। ਇਹ ਥੋੜ੍ਹਾ ਤਰੀਕਾ ਹੈਗਾ। ਇਟ ਸ਼ੁੱਡ ਬੀ ਆਲ ਟਰਾਂਸਪੇਰੈਂਟ ਐਂਡ ਅਕਾਊਂਟੇਬਲ ਚੱਕ ਗਵਰਨਮੈਂਟ। ਬ੍ਰਾਹਮਣੀਆਂ ਪਿੰਡ ਦੇ ਵਿੱਚ ਜ਼ਿਮੀਂਦਾਰਾਂ ਨੇ ਧਰਨਾ ਲਾਇਆ, ਮੈਂ ਕਵਰ ਕਰਕੇ ਆਇਆ ਉੱਥੇ ਧਰਮਕੋਟ ਦੇ ਟੋਲ ਬੈਰੀਅਰ। ਹਾਂਜੀ ਹਾਂਜੀ। ਉਹ ਕਹਿੰਦੇ ਸਾਨੂੰ ਆ ਕੇ ਫੋਰਸਲੀ ਆ ਕੇ ਐਸਡੀਐਮ ਨੇ ਆ ਕੇ ਪੁਲਿਸ ਨੇ ਆ ਕੇ ਸਾਨੂੰ ਕਿਹਾ ਜ਼ਮੀਨਾਂ ਛੱਡੋ। ਕਹਿੰਦੇ ਅਸੀਂ 80 ਸਾਲ ਦੇ ਉੱਥੇ ਬੈਠੇ ਹਾਂ। ਇਹਨਾਂ ਨੂੰ ਦੱਸ ਦਿਓ, ਭਾਈ ਸਾਹਿਬ ਆਹ ਗੱਲ ਸੁਣੋ। ਹੈਲੋ, ਇਹਨਾਂ ਦੀ ਗੱਲ ਸੁਣੋ ਜਰਾ, ਇਹਨਾਂ ਨੂੰ ਦੱਸੋ ਜਰਾ, ਦੱਸਿਓ ਜਰਾ। ਚੱਕ ਬ੍ਰਾਹਮਣੀਆਂ ਪਿੰਡ ਦੀ ਗੱਲ ਕਰ ਰਹੇ ਹਾਂ, ਬਾਅਦ ਚ ਪੁੱਛੋ। ਧਰਮਕੋਟ ਬਾਰਡਰ ਤੇ ਆ, ਮੋਗਾ ਜਲੰਧਰ ਦੇ ਵਿੱਚ। ਦੇਖੋ ਮੈਂ ਤਾਂ ਫਿਰ ਦੁਬਾਰਾ ਕਹਿ ਰਿਹਾ ਕਿ ਪੰਚਾਇਤਾਂ ਦੀਆਂ ਜ਼ਮੀਨਾਂ ਜ਼ਰੂਰ ਛਡਾਓ, ਪਹਿਲਾਂ ਛਡਾਓ ਵੱਡਿਆਂ ਤੋਂ, ਗਰੀਬਾਂ ਦੀ ਜਾਨ ਨਾ ਕੱਢੋ। ਬਸ, ਧੰਨਵਾਦ।